ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਦਿਕ ਪ੍ਰਸੰਨ ਭਏ ਤਬ ਸੰਗਤ, ਮੁਖ ਬਿਕਸੇ ਜਨ ਪੰਕਜ ਪੰਗਤ। ਤਬ ਹੋਵੈ ਖਰੋ ਬ੍ਰਿਧ ਤਤ ਕਾਲਾ, ਸੋ ਜਸ ਗੁਰੂ ਕੋ ਕਹਿਤ ਰਸਾਲਾ। ਅਦਿਕ ਪ੍ਰਸੰਨ ਭਈ ਤਬ ਸੰਗਤ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ,
ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ 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 ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਜੋੜੋ ਦੋਵੇਂ ਹੱਥ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸੰਗਤ ਜੀ, ਸਾਡੇ ਬੜੇ ਵੱਡੇ ਭਾਗ ਹਨ ਜੋ ਆਪਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਹੁਣ ਤੱਕ ਸਰਵਣ ਕੀਤੀ ਹੈ। ਕਿਵੇਂ ਕਿਵੇਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੰਸਾਰ ਦੇ ਵਿੱਚ ਵਿਚਰੇ। ਸਤਿਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਤੋਂ ਲੈ ਕੇ ਜਿਵੇਂ ਜਿਵੇਂ ਮਹਾਰਾਜ ਗਰੀਬ ਨਵਾਜ ਜੀ ਦਾ ਆਗਮਨ ਹੋਇਆ, ਜਗਤ ਮਾਤਾ ਮਾਤਾ ਤ੍ਰਿਪਤਾ ਜੀ ਨੇ ਸਾਧ ਸੰਗਤ ਜੀ ਮਹਾਨ ਬਣਾਇਆ। ਮਹਾਰਾਜ ਗਰੀਬ ਨਵਾਜ ਜੀ ਦੇ ਪੂਜਨੀਕ ਪਿਤਾ ਬਾਬਾ ਜੀ ਬਾਬਾ ਕਲਿਆਣ ਚੰਦ ਮਹਿਤਾ ਜੀ, ਸਾਧ ਸੰਗਤ ਜੀ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ, ਸੱਚੇ ਪਾਤਸ਼ਾਹ ਜੀ ਦੇ ਭਾਈਆ ਜੀ ਭਾਈਆ ਜੈ ਰਾਮ ਜੀ, ਪੰਡਿਤ ਗੋਪਾਲ ਦਾਸ ਮੌਲਵੀ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਹੋਰ ਗੁਰੂ ਕੇ ਸਿੱਖ। ਮਹਾਰਾਜ ਗਰੀਬ ਨਵਾਜ ਜੀ ਦੀ ਮਹਾਨ ਪਵਿੱਤਰ ਕਥਾ ਆਪਾਂ ਨੂੰ ਸਮਾਂ ਮਿਲਿਆ ਆਪਣੀ ਜ਼ਿੰਦਗੀ ਵਿੱਚ ਸੁਣਨ ਦਾ, ਬੜੀ ਵੱਡੀ ਗੱਲ ਹੈ ਸੰਗਤ ਜੀ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਵਾਰੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਾਰੀ ਕਥਾ ਸੁਣ ਲਵੇ, ਸਾਧ ਸੰਗਤ ਮਹਾਂਪੁਰਖ ਰੱਬ ਦੇ ਪਿਆਰੇ ਦੱਸਦੇ ਆ, ਕਹਿੰਦੇ ਉਹਦੇ ਜੀਵਨ ਵਿੱਚ ਸਿੱਖੀ ਪੱਕੀ ਹੋ ਜਾਂਦੀ ਹੈ ਜੀ। ਕਿੰਤੂ ਪਰੰਤੂ ਕਰਨ ਵਾਸਤੇ ਨਾ ਸੁਣੇ, ਸ਼ਰਧਾ ਵਧਾਉਣ ਵਾਸਤੇ ਸੁਣੇ, ਪ੍ਰੇਮ ਵਧਾਉਣ ਵਾਸਤੇ ਸੁਣੇ, ਉਹਦੇ ਮਨ ਵਿੱਚ ਸਿੱਖੀ ਪੱਕੀ ਹੋ ਜਾਂਦੀ ਹੈ ਜੀ, ਪੱਕੀ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਮਿਹਰ ਕੀਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਸੰਗਤ ਜੀ ਆਪਾਂ ਨੇ ਸਰਵਣ ਕੀਤੀ ਹੈ। ਆਪ ਜੀ ਨੇ ਸਰਵਣ ਕੀਤਾ। ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦੇ ਬੇਨਤੀ ਕਰਨ ਉੱਤੇ ਮਹਾਰਾਜ ਗਰੀਬ ਨਵਾਜ ਮੁੜ ਸਰੀਰ ਵਿੱਚ ਆਏ ਹੈ। ਮਹਾਰਾਜ ਗਰੀਬ ਨਵਾਜ ਜੀ ਨੇ ਬਚਨ ਕੀਤੇ ਹੈ। ਉਸ ਸਮੇਂ ਬਾਬਾ ਬੁੱਢਾ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਸਤਿਗੁਰੂ ਜੀ ਆਪ ਕਿਰਪਾ ਕਰੋ ਤੇ ਵਾਹਿਗੁਰੂ ਸ਼ਬਦ ਦੇ ਅਰਥ ਆਪ ਆਪਣੀ ਪਵਿੱਤਰ ਰਸਨਾ ਤੋਂ ਕਰਕੇ ਸੁਣਾਓ ਸਾਨੂੰ। ਸੰਗਤ ਜੀ, ਜਿਹੜੇ ਸਿਆਣੇ ਪੁਰਸ਼ ਹੁੰਦੇ ਆ ਨਾ, ਉਹ ਸਮੇਂ ਦਾ ਲਾਭ ਲੈਂਦੇ ਆ। ਬਾਬਾ ਬੁੱਢਾ ਸਾਹਿਬ ਨੂੰ ਪਤਾ ਹੈ ਵੀ ਮਹਾਰਾਜ ਕੋਲ 2 ਘੜੀਆਂ ਸਰੀਰ ਦੇ ਵਿੱਚ ਸਮਾਂ, ਤੇ ਮਹਾਰਾਜ ਗਰੀਬ ਨਵਾਜ ਜੀ ਦੇ ਕੋਲੋਂ ਕੋਈ ਐਸੀ ਗੱਲ ਪੁੱਛੀ ਜਾਵੇ ਜਿਹਦਾ ਬੜਾ ਹੀ ਲਾਭ ਹੋਵੇ, ਬੜਾ ਫਾਇਦਾ ਹੋਵੇ। ਤੇ ਉਹ ਬਾਬਾ ਬੁੱਢਾ ਜੀ ਨੇ ਪੁੱਛਿਆ। ਬਾਬਾ ਬੁੱਢਾ ਜੀ ਨੇ ਆਖਿਆ, ਮਹਾਰਾਜ ਸਾਡੀ ਸਾਰੀ ਸੰਗਤ ਦੀ ਇੱਛਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਕਰਕੇ ਦੱਸੇ, ਸਾਰੀ ਵਾਹਿਗੁਰੂ ਦੇ ਉਸਤਤ ਬਿਆਨ ਕੀਤੀ ਹੈ। ਉਹ ਜਿਹੜਾ ਸਾਨੂੰ ਪਾਲ ਰਿਹਾ, ਜਿਹਨੇ ਪੈਦਾ ਕੀਤਾ, ਜਿਹੜਾ ਪਾਲਣ ਦਿਆ, ਜਿਹਨੇ ਨਾਸ਼ ਕਰਨਾ, ਜਿਹਦੇ ਚਰਨਾਂ 'ਚ ਜਾ ਕੇ ਲੀਨ ਹੋਣਾ, ਉਹ ਵਾਹਿਗੁਰੂ ਹੀ ਹੈ। ਇਸ ਕਰਕੇ ਮਹਾਰਾਜ ਸਿੱਖਾਂ ਨੂੰ ਕਹਿੰਦੇ, ਸਿੱਖੋ ਵਾਹਿਗੁਰੂ ਜਪਿਆ ਕਰੋ। ਸਤਨਾਮ ਵਾਹਿਗੁਰੂ 8 ਅੱਖਰ ਹਨ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਜਿਹੜਾ ਇਹਨਾਂ ਅੱਖਰਾਂ ਦਾ ਪਾਠ ਕਰੇਗਾ, ਜਾਪ ਕਰੇਗਾ, ਉੱਤਮ ਪਦਵੀ ਪਾਏਗਾ। ਫਿਰ ਮਹਾਰਾਜ ਕਹਿਣ ਲੱਗੇ, ਇਹਨਾਂ 8 ਅੱਖਰਾਂ ਨੂੰ ਜਿਹੜਾ ਪ੍ਰੇਮ ਨਾਲ ਜਪੇਗਾ, ਪੜ੍ਹੇਗਾ, ਜੋ ਗੁਰੂ ਕੋ ਮੰਗੇਗਾ ਉਹ ਮਿਲੇਗਾ। ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜੋ ਗੁਰੂ ਕੋਲੋਂ ਮੰਗੇਗਾ ਉਹ ਮਿਲੇਗਾ। ਹੁਣ ਵੇਖੋ ਕਿੰਨਾ ਵਧੀਆ ਕੰਮ ਹੈ, ਪਰ ਸੱਚ ਇਹ ਹੈ ਸੰਗਤ ਜੀ, ਇਮਾਨਦਾਰੀ ਦੀ ਗੱਲ 'ਚ ਹੈ ਤੇ ਪ੍ਰਾਪਤੀ ਹੈ, ਪਰ ਸਾਡੇ ਕੋਲੋਂ ਜਪਿਆ ਨਹੀਂ ਜਾਂਦਾ ਜੀ। ਸੰਸਾਰ ਬਹੁਤੇ ਲੋਕ ਜਿਹੜੇ ਆ ਸਾਧ ਸੰਗਤ ਤੋਂ ਪੁੱਤਰ ਦੀ ਮੰਗ ਉੱਤੇ ਡਿਪੈਂਡ ਕਰਦੇ ਆ ਵੀ ਸਾਨੂੰ ਧੀ ਪੁੱਤਰ ਮਿਲੇ। ਮਹਾਰਾਜ ਕਹਿੰਦੇ ਪੁੱਤਰ ਮਿਲ ਜਾਏਗਾ, ਸਤਨਾਮ ਵਾਹਿਗੁਰੂ ਜਪਿਆ ਕਰੋ। ਸੰਗਤ ਜੀ, ਆਪਣੇ ਘਰ ਤੇ ਪੁੱਤਰ ਦੀ ਗੱਲ ਛੱਡੋ, ਜਿਨ੍ਹਾਂ ਸਤਨਾਮ ਵਾਹਿਗੁਰੂ ਜਪਿਆ ਉਹਨਾਂ ਦੇ ਦਰ ਤੇ ਜਿਹੜਾ ਖਲੋ ਕੇ ਅਰਦਾਸ ਕਰਦਾ ਉਹਨੂੰ ਵੀ ਮਿਲ ਜਾਂਦਾ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਜਿਹੜਾ ਜਾ ਕੇ ਅਰਦਾਸ ਕਰੇ, ਇਹੋ ਜਿਹੀਆਂ ਦਾਤਾਂ ਉੱਥੋਂ ਮਿਲ ਜਾਂਦੀਆਂ ਜੀ। ਮਹਾਰਾਜ ਕਹਿੰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰੇ, ਪ੍ਰੇਮ ਨਾਲ ਮਿਲੇਗਾ। ਫਿਰ ਸਤਿਗੁਰੂ ਕਹਿਣ ਲੱਗੇ, ਮਾਇਆ ਦੀ ਕਮੀ ਨਹੀਂ ਰਹੇਗੀ।
ਪੁੱਤਰ ਮਾਇਆ ਧਨ ਦੀ ਕਿਸੇ ਤਰੀਕੇ ਦੀ ਕਮੀ ਨਹੀਂ ਰਹੇਗੀ। ਜੋ ਮੰਗੇਗਾ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਕੁਝ ਗੁਰੂ ਤੋਂ ਮਿਲੇਗਾ, ਸਭ ਕੁਝ ਗੁਰੂ ਤੋਂ ਮਿਲੇਗਾ। ਗੁਰੂ ਸਾਹਿਬ ਲੋਕ ਪਰਲੋਕ ਵਿੱਚ ਉਹਦੇ ਸਹਾਈ ਹੋਣਗੇ। ਇਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸਤਨਾਮ ਵਾਹਿਗੁਰੂ ਇਹਦਾ ਜਾਪ ਦਾ ਮਹਾਰਾਜ ਜੀ ਨੇ ਹੁਕਮ ਕੀਤਾ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਸੰਗਤ ਜੀ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਪਿਆਰ ਸਤਿਕਾਰ ਨਾਲ ਸਾਰੀ ਸੰਗਤ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗੱਜ ਜੀ ਕੇ ਕਹੋ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਦਿਕ ਪ੍ਰਸੰਨ ਭਈ ਤਬ ਸੰਗਤ। ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਆਪ ਵਾਹਿਗੁਰੂ ਸ਼ਬਦ ਦੇ ਅਰਥ ਸੁਣਾਏ, ਸਾਰੀ ਸੰਗਤ ਸੁਣ ਕੇ ਬੜੀ ਖੁਸ਼ ਹੋਈ। ਸੰਗਤਾਂ ਦੇ ਹਿਰਦਿਆਂ ਨੂੰ ਸ਼ਾਂਤੀ ਪ੍ਰਾਪਤ ਹੋਈ ਜੀ ਸੁਣ ਕੇ। ਹਾਂਜੀ। ਮੁਖ ਬਿਕਸੇ ਜਨ ਪੰਕਜ ਪੰਗਤ। ਸੰਗਤ ਦੇ ਚਿਹਰੇ, ਪ੍ਰੇਮੀਆਂ ਦੇ ਚਿਹਰੇ ਇਸ ਤਰੀਕੇ ਨਾਲ ਖਿੜ ਗਏ ਜਿਵੇਂ ਫੁੱਲਾਂ ਦੀ ਡਾਰ ਨਹੀਂ ਹੁੰਦੀ ਜੀ, ਫੁੱਲ ਲੱਗੇ ਇੱਕ ਕਤਾਰ 'ਚ ਸੋਹਣੇ ਲੱਗਦੇ ਖਿੜੇ। ਇਸੇ ਤਰ੍ਹਾਂ ਸੰਗਤਾਂ ਖਿੜ ਗਈਆਂ ਮਹਾਰਾਜ ਜੀ ਦੇ ਮੁਖੋਂ ਵਾਹਿਗੁਰੂ ਸ਼ਬਦ ਦੇ ਅਰਥ ਸੁਣ ਕੇ। ਤਬ ਹੋਵੇ ਖਰੋ ਬ੍ਰਿਧ ਤਤ ਕਾਲਾ। ਹੁਣ ਪਿਆਰ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। 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 ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਖਲੋਤੇ ਜੀ ਉਸ ਸਮੇਂ। ਹਾਂਜੀ। ਸੋ ਜਸ ਗੁਰੂ ਕੋ ਕਹਿਤ ਰਸਾਲਾ। ਤੇ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੇ ਆਪਣੀ ਰਸ ਵਾਲੀ ਰਸਨਾ ਤੋਂ ਗਰੀਬ ਨਵਾਜ ਜੀ ਦਾ ਰਸ ਵਾਲਾ ਜਸ ਉਚਾਰਿਆ ਜੀ। ਰਸ ਵਾਲਾ ਜਸ ਉਚਾਰਿਆ। ਬੜਾ ਜਸ ਕੀਤਾ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਜੀ। ਬੜੀਆਂ ਸਿਫਤਾਂ ਕੀਤੀਆਂ। ਹੁਣ ਸੁਣਿਓ ਬਾਬਾ ਬੁੱਢਾ ਸਾਹਿਬ ਜੀ ਦੀਆਂ ਨਜ਼ਰਾਂ 'ਚ ਗੁਰੂ ਨਾਨਕ ਸਾਹਿਬ ਕੀ ਹਨ ਜੀ। ਮਾਫ ਕਰਿਓ ਮੈਂ ਪਹਿਲਾਂ ਹੀ ਇੱਕ ਬੇਨਤੀ ਕਰਦੇ ਹਾਂ। ਆ ਜਿਹੜੇ ਰੌਲਾ ਪਾਉਂਦੇ ਫਿਰਦੇ ਆ ਨਾ ਫੇਸਬੁੱਕ ਤੇ ਜਾਂ YouTube ਤੇ ਆਪਣੇ ਬਣਾ ਕੇ ਸਾਧ ਸੰਗਤ ਦੇ ਚੈਨਲ, ਉਹਨਾਂ ਨੂੰ ਨਾ ਸੁਣਿਆ ਕਰੋ। ਸੁਣੋ ਬਾਬਾ ਬੁੱਢਾ ਸਾਹਿਬ ਜੀ ਨੂੰ। ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਿਵੇਂ ਵਡਿਆਈ ਕਰਦੇ ਆ। ਜਿਹਦੀ ਅਵਸਥਾ ਜਿੰਨੀ ਮਹਾਨ ਹੈ ਉਹਨੇ ਓਨਾ ਵੱਡਾ ਹੀ ਜਸ ਕਰਨਾ ਨਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਕਰ ਰਹੇ ਜੀ ਖਲੋ ਕੇ। ਹਾਂਜੀ। ਭੁਜੰਗ ਪ੍ਰਯਾਦ ਛੰਦ ਨਮੋ ਸਚਦਾਨੰਦ ਗੋਬਿੰਦ ਜੋਗੀ। ਨਮੋ ਸੱਚ ਦਾ ਆਨੰਦ ਗੋਬਿੰਦ ਜੋਗੀ। ਬਾਬਾ ਬੁੱਢਾ ਜੀ ਹੱਥ ਜੋੜ ਕੇ ਸੰਗਤ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰ ਰਹੇ ਜੀ। ਤੇ ਪਹਿਲਾ ਬਚਨ ਜਿਹੜਾ ਬਾਬਾ ਜੀ ਨੇ ਆਖਿਆ, ਕਹਿੰਦੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਰੱਬ ਹੋ ਮਹਾਰਾਜ। ਸੱਚ ਦਾ ਆਨੰਦ, ਸਤ ਚਿੱਤ ਆਨੰਦ ਸਰੂਪ ਹੋ ਮਹਾਰਾਜ ਸੱਚੇ ਪਾਤਸ਼ਾਹ। ਮਹਾਰਾਜ ਤੁਸੀਂ ਆਨੰਦ ਦਾ ਸਰੂਪ ਹੋ। ਨਮੋ ਸੱਚ ਦਾ ਆਨੰਦ ਗੋਬਿੰਦ ਜੋਗੀ। ਤੁਸੀਂ ਆਪ ਹੀ ਗੋਬਿੰਦ ਹੋ, ਪਰਮੇਸ਼ਰ ਹੋ। ਤੇ ਮਹਾਰਾਜ ਅਸਲ ਵਿੱਚ ਤੁਸੀਂ ਜੋਗੀ ਹੋ। ਤੁਸੀਂ ਜੋਗੀ ਹੋ। ਵੇਖ ਲਓ ਅੱਜ ਇਹੋ ਗੱਲ ਹੈ, ਗੁਰੂ ਨਾਨਕ ਸਾਹਿਬ ਨੂੰ ਕੋਈ ਪਿਆਰ ਨਾਲ ਕਹਿੰਦਾ ਤੇ ਕੋਈ ਅਗਿਆਨਤਾ ਨਾਲ। ਕੇਵਲ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਨਿਰਾ ਬਾਬਾ ਹੀ ਕਹਿੰਦੇ ਆ ਜੀ। ਬਾਬਾ ਨਾਨਕ। ਹਾਂਜੀ। ਇਹ ਕੋਈ ਕਹਿਣ ਦਾ ਤਰੀਕਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੈਣ ਦਾ ਤਰੀਕਾ ਜੀ ਹੈ। ਹਾਂਜੀ। ਬਾਬਾ ਤੇ ਕਿਸੇ ਆਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਕੱਲਾ ਬਾਬਾ ਕਹਿ ਦੋ ਨਾ ਜੀ, ਉਹ ਗੁੱਸਾ ਕਰ ਜਾਏਗਾ ਜੀ।
ਉਹ ਕਹੇਗਾ ਨਾ ਕੋਈ ਜੀ, ਨਾ ਕੋਈ ਸਤਿਕਾਰ, ਨਾ ਕੋਈ ਭਾਈ ਸਾਹਿਬ, ਤੁਹਾਨੂੰ ਬੋਲਣ ਦੀ ਅਕਲ ਨਹੀਂ ਹੈਗੀ। ਤੇ ਇੰਨੇ ਵੱਡੇ ਸਤਿਗੁਰੂ, ਗੁਰੂਆਂ ਦੇ ਗੁਰੂ, ਪਰਮੇਸ਼ਰ ਸਰੂਪ ਸੱਚੇ ਪਾਤਸ਼ਾਹ ਆਪ ਰੱਬ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੱਲਾ ਹੀ ਬਾਬਾ ਨਾਨਕ ਜੀ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਅੱਗੇ 2-3 ਥਾਵਾਂ ਤੇ ਬਾਬਾ ਸ਼ਬਦ ਆਉਂਦਾ ਹੈ ਜੀ, ਪਰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਹੈ, ਤੇ ਉਹ ਆਪ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਹੈ। ਤੇ ਸਾਨੂੰ ਤੇ ਮਹਾਰਾਜ ਜੀ ਦਾ ਨਾਮ ਬਹੁਤੇ ਹੀ ਸਤਿਕਾਰ ਨਾਲ ਲੈਣਾ ਚਾਹੀਦਾ ਜੀ। ਬਸ ਇੱਕ ਗੱਲ ਅੱਜ ਦੀ ਕਥਾ ਸੁਣ ਕੇ ਪੱਕੀ ਚੇਤੇ ਕਰ ਲਓ ਸੰਗਤ ਜੀ, ਜੋ ਮਰਜ਼ੀ ਹੋ ਜੇ ਕਦੀ ਅਧੂਰਾ ਨਾਮ ਨਹੀਂ ਗੁਰੂ ਨਾਨਕ ਸਾਹਿਬ ਦਾ ਲੈਣਾ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਪਿਆਰ ਨਾਲ ਸੰਗਤਾਂ ਧੰਨ ਗੁਰੂ ਨਾਨਕ ਕਹਿੰਦੀਆਂ ਹਨ, ਚੰਗੀ ਗੱਲ, ਪਰ ਬਾਬਾ ਨਾਨਕ ਤਾਂ ਬਿਲਕੁਲ ਹੀ ਸੰਗਤ ਜੀ ਆਮ ਕਿਸੇ ਬੰਦੇ ਦਾ ਨਾਮ ਲਓ ਤੇ ਕੱਲਾ ਉਹਨੂੰ ਬਾਬਾ ਆਖਦੇ, ਉਹਨੂੰ ਗੁੱਸਾ ਚੜੇਗਾ ਜੀ। ਵੱਡੀ ਵਡਿਆਈ ਕਰਨੀ ਹੈ, ਵੱਡੀ ਵਡਿਆਈ ਕਰਨੀ ਹੈ। ਸੁਣੋ ਬਾਬਾ ਜੀ, ਵਾਹਿਗੁਰੂ ਬਾਬਾ ਬੁੱਢਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਹਿ ਰਹੇ। ਮਹਾਰਾਜ ਨਮਸਕਾਰ ਤੁਹਾਨੂੰ ਸੱਚੇ ਪਾਤਸ਼ਾਹ, ਤੁਸੀਂ ਆਪ ਹੀ ਰੱਬ ਹੋ ਮਹਾਰਾਜ, ਧਰਤੀ ਤੇ ਆਏ। ਹਾਂਜੀ। ਤਰਲੋਕੀ ਪਤੀ ਆਪ ਭੋਗੀ ਅਭੋਗੀ। ਹੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਤਿੰਨਾਂ ਲੋਕਾਂ ਦੇ ਮਾਲਕ ਹੋ ਤੁਸੀਂ, ਤਿੰਨਾਂ ਲੋਕਾਂ ਦੇ ਮਾਲਕ ਹੋ ਤੇ ਆਪ ਹੀ ਭੋਗੀ ਅਭੋਗੀ ਹੋ। ਸਾਰਾ ਸੰਸਾਰ ਵਿੱਚ ਤੁਸੀਂ ਵਰਤ ਰਹੇ ਹੋ, ਪਰ ਫਿਰ ਵੀ ਇਸ ਤਰ੍ਹਾਂ ਹੋ ਜਿਵੇਂ ਨਿਰਲੇਪ ਹੋ, ਸਾਰਿਆਂ ਦੇ ਵਿੱਚ ਰਹਿ ਕੇ ਵੀ ਨਿਰਲੇਪ ਹੋ। ਹੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ। ਸੰਗਤ ਜੀ, ਜਿਹੜਾ ਤੇ ਗੁਰੂ ਨਾਨਕ ਸਾਹਿਬ ਨੂੰ ਤਿੰਨਾਂ ਲੋਕਾਂ ਦਾ ਮਾਲਕ ਸਮਝੇਗਾ, ਉਹ ਕਹੇਗਾ ਵੀ ਮੱਕਾ ਘੁੰਮਿਆ ਸੀਗਾ ਜੀ, ਉਹ ਤੇ ਸਾਰਾ ਕੁਝ ਮੰਨੇਗਾ ਜੀ। ਤੇ ਜਿਹਦੀ ਸ਼ਰਧਾ ਹੀ ਨਹੀਂ ਹੈਗੀ ਜੀ, ਉਹਨੇ ਕੀ ਸਮਝਣਾ ਜੀ। ਧੰਨ ਬਾਬਾ ਬੁੱਢਾ ਸਾਹਿਬ ਕਹਿ ਰਹੇ, ਮਹਾਰਾਜ ਤਿੰਨਾਂ ਲੋਕਾਂ ਦੇ ਮਾਲਕ ਤੁਸੀਂ ਹੋ ਮਹਾਰਾਜ। ਹਾਂਜੀ। ਨਿਰਾਕਾਰ ਕੋ ਰੂਪ ਸਾਕਾਰ ਹੋਇਓ। ਅੱਜ ਤੱਕ ਪਰਮੇਸ਼ਰ ਦਾ ਸਰੂਪ ਜਿਹੜਾ ਨਿਰਾਕਾਰ ਸੀ, ਮਹਾਰਾਜ ਤੁਸੀਂ ਆਪ ਸਰੀਰ ਧਾਰਨ ਕੀਤਾ ਪਰਮੇਸ਼ਰ ਦੀ। ਪਰਮੇਸ਼ਰ ਨੇ ਸਾਖਸ਼ਾਤ ਸਰੂਪ ਧਾਰਨ ਕੀਤਾ, ਸਰੀਰ ਧਾਰਨ ਕਰ ਲਿਆ, ਜਿਹਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਹੁਣ ਬਾਣੀ ਸੁਣ ਲਓ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਮਹਾਰਾਜ ਆਪ ਨਿਰੰਕਾਰ ਨੇ ਅਵਤਾਰ ਧਾਰਿਆ, ਆਪ ਸਰੀਰ ਧਾਰਨ ਕਰ ਲਿਆ ਰੱਬ ਨੇ। ਹਾਂਜੀ। ਜਪੈ ਸਤ ਨਾਮ ਸਿੱਖੀ ਬੀਜ ਬੋਇਓ। ਤੇ ਫਿਰ ਵਾਹਿਗੁਰੂ ਸਤਨਾਮ ਪਰਮੇਸ਼ਰ ਦੇ ਨਾਮ ਦਾ ਜਾਪ ਜਪਾਇਆ ਤੇ ਸਰੀਰ ਧਾਰਨ ਕਰਕੇ ਆਪ ਤੁਸੀਂ ਧਰਤੀ ਦੇ ਉੱਤੇ ਸਿੱਖੀ ਦਾ ਬੀਜ ਬੋਇਆ, ਸਿੱਖੀ ਦਾ ਬੀਜ ਬੀਜਿਆ ਆ ਕੇ। ਹਾਂਜੀ। ਚਾਹੂੰ ਚੱਕ ਮੈਂ ਦੇਸ ਦੇਸੰ ਬੈਥਾਰੀ। ਫਿਰ ਨਿਰਾ ਬੀਜ ਹੀ ਨਹੀਂ ਬੀਜਿਆ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਹੇ, ਮਹਾਰਾਜ ਚਾਰੇ ਚੱਕ ਦੇਸਾਂ ਦੇਸਾਂ ਵਿੱਚ ਜਾ ਕੇ ਇਸ ਸਿੱਖੀ ਦਾ ਵਿਸਥਾਰ ਕੀਤਾ ਜੀ। ਵੇਖ ਲਓ 17 ਟਾਪੂਆਂ ਨੂੰ ਮਹਾਰਾਜ ਗਰੀਬ ਨਵਾਜ ਜੀ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਕਿੱਥੇ ਕਿੱਥੇ ਮਹਾਰਾਜ ਗਰੀਬ ਨਵਾਜ ਗਏ, ਤੁਸੀਂ ਕਥਾ ਸੁਣਦੇ ਰਹੇ 2 ਸਾਲ। ਹਾਂਜੀ। ਗੁਰੂ ਆਪ ਹੋਵੈ ਸਿੱਖ ਕੀਨੰ ਅਪਾਰੀ। ਮਹਾਰਾਜ ਆਪ ਤੁਸੀਂ ਪਰਮੇਸ਼ਰ ਗੁਰੂ ਆਪ ਬਣ ਗਏ ਤੇ ਅੱਗੋਂ ਸਿੱਖ ਬਣਾਏ। ਮਹਾਰਾਜ ਤੁਸੀਂ ਅੱਗੋਂ ਸਿੱਖ ਬਣਾਏ। ਇਹ ਕੌਣ ਕਹਿ ਰਿਹਾ ਮਹਾਰਾਜ ਨੂੰ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਜੀ। ਹਾਂਜੀ। ਦਇਓ ਗਿਆਨ ਕਉ ਦਾਨ ਦਾਸੰ ਬੈਸਾਲਾ। ਮਹਾਰਾਜ ਆਪਣੇ ਸੇਵਕਾਂ ਨੂੰ, ਆਪਣੇ ਘਰ ਦੇ ਸੇਵਾਦਾਰਾਂ ਨੂੰ ਤੁਸੀਂ ਬ੍ਰਹਮ ਗਿਆਨ ਦੀ ਦਾਤ ਦਿੱਤੀ ਹੈ। ਇਹ ਬਾਬਾ ਬੁੱਢਾ ਜੀ ਐਵੇਂ ਨਹੀਂ ਕਹਿ ਰਹੇ, ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਾਤ ਦਿੱਤੀ ਹੈ ਤੇ ਕਹਿ ਰਹੇ ਹੈ ਜੀ। ਮਹਾਰਾਜ ਤੁਸੀਂ ਬ੍ਰਹਮ ਗਿਆਨ ਦੀ ਦਾਤ ਦਿੱਤੀ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ, ਦਾਸਾਂ ਨੂੰ। ਹਾਂਜੀ।
ਕਲੀ ਮੈਂ ਦੁਖੀ ਦੇਖ ਜੀਵਨ ਕਿਰਪਾਲਾ। ਫਿਰ ਇਸ ਕਲਯੁਗ ਦੇ ਵਿੱਚ ਜੀਵਾਂ ਨੂੰ ਦੁਖੀ ਵੇਖ ਕੇ ਤੇ ਤੁਸੀਂ ਉਹਨਾਂ ਤੇ ਬੜੀ ਕਿਰਪਾ ਕੀਤੀ ਜੀ, ਬੜੀ ਕਿਰਪਾ ਕੀਤੀ। ਸੰਗਤ ਜੀ ਤੁਸੀਂ ਕਥਾ ਲਗਭਗ ਸਾਰੀ ਸੁਣੀ ਹੈ। ਮੈਂ ਕਿਹੜੀ ਕਿਹੜੀ ਸਾਖੀ ਦਾ ਜ਼ਿਕਰ ਕਰਾਂ ਜੀ ਤੁਹਾਡੇ ਨਾਲ, ਕਿਵੇਂ ਗਰੀਬਾਂ ਤੋਂ ਗਰੀਬਾਂ ਦੇ ਘਰਾਂ 'ਚ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਉਹਨਾਂ ਨੂੰ ਅਮੀਰ ਬਣਾ ਦਿੱਤਾ ਜੀ। ਜਿਨ੍ਹਾਂ ਦੇ ਤਨ ਨੂੰ ਰੋਗ ਲੱਗੇ ਆ, ਜਿਹੜਾ ਕਹਿੰਦਾ ਸੀ ਕੋੜੀ ਦਪਾਲਪੁਰ ਦਾ ਅੱਗੇ ਨਾ ਆਇਓ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅੱਗੇ ਵੀ ਆਵਾਂਗੇ, ਰਾਤ ਵੀ ਰਵਾਂਗੇ। ਲਾ ਕੇ ਛਾਤੀ ਨਾਲ ਕੋੜ ਦਾ ਰੋਗ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ। ਇਹ ਤੇ ਇਤਿਹਾਸ ਵਿੱਚ ਇੱਕ ਅੱਧੀ ਘਟਨਾ ਵੇਖਣ ਨੂੰ ਮਿਲ ਜਾਂਦੀ ਹੈ, ਪਤਾ ਨਹੀਂ ਗੁਰੂ ਨਾਨਕ ਸਾਹਿਬ ਨੇ ਕਿੰਨਿਆਂ ਕੁ ਦਾ ਕੀਤਾ ਤੇ ਕਿੰਨਿਆਂ ਕੁ ਦਾ ਕਰ ਰਹੇ ਹੈ ਜੀ। ਸੋ ਬਾਬਾ ਬੁੱਢਾ ਜੀ ਕਹਿੰਦੇ ਕਲੀ ਕਾਲ ਮੈਂ ਦੁਖੀ ਦੇਖ ਜੀਵਨ ਕਿਰਪਾਲਾ। ਦੁਖੀਆਂ ਨੂੰ ਵੇਖ ਕੇ ਤੁਸੀਂ ਕਿਰਪਾ ਕੀਤੀ ਤੇ ਕਿਰਪਾ ਕਰ ਰਹੇ ਹੋ ਮਹਾਰਾਜ। ਹਾਂਜੀ, ਮਹਾਮੰਦ ਕੋ ਬ੍ਰਿਧ ਕੀਨੰ ਉਦਾਹਰੰ। ਬੜੀ ਬੜੀ ਮਾੜੀ ਮੱਤ ਵਾਲਿਆਂ ਦਾ ਸੱਚੇ ਪਾਤਸ਼ਾਹ ਤੁਸੀਂ ਉਧਾਰ ਹੀ ਕਰ ਦਿੱਤਾ ਜੀ, ਭਲਾ ਹੀ ਕਰ ਦਿੱਤਾ। ਬੜੇ ਬੜੇ ਦੈਂਤ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਜੀ। ਤੁਸੀਂ ਕਥਾ ਸੁਣੀ ਕਿਵੇਂ ਇੱਕ ਸਮੇਂ ਦੇ ਨਾਲ ਦੈਂਤ ਆਉਂਦੇ ਇੱਕ ਦੇਸ਼ ਨੂੰ ਅੱਗ ਹੀ ਲਾ ਦਿੰਦੇ ਸੀਗੇ ਜੀ, ਤੇ ਮਹਾਰਾਜ ਗਰੀਬ ਨਵਾਜ ਜੀ ਨੇ ਇੱਕ ਦੈਂਤ ਦਾ ਉਧਾਰ ਕੀਤਾ ਜੀ। ਮਾੜੀ ਮੱਤ ਵਾਲਾ ਸੀ, ਅੱਗ ਲਾਉਂਦਾ ਹੁੰਦਾ ਸੀਗਾ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਹਿਲਾਂ ਤੇ ਤੂੰ ਲਾਈ ਅੱਗ, ਹੁਣ ਕੀ ਕਰਨਾ? ਉਸ ਇਲਾਕੇ 'ਚ ਧਰਮਸ਼ਾਲਾ ਬਣਵਾ ਦਿੱਤੀ। ਉਸੇ ਦੈਂਤ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਇੱਥੇ ਪਾਣੀ ਢੋਇਆ ਕਰ, ਆ ਕੇ ਇੱਥੇ ਸੰਗਤ ਨੂੰ ਪਾਣੀ ਪਿਆਇਆ ਕਰ, ਸੰਗਤ ਦੇ ਪਾਣੀ ਨਾਲ ਚਰਨ ਧਵਾਇਆ ਕਰ, ਜਲ ਦੇ ਨਾਲ। ਹੁਣ ਤੇਰੀ ਇਹ ਸੇਵਾ। ਤੇ ਦੈਂਤ ਰਾਖਸ਼ ਬਿਰਤੀ ਦਾ ਬੰਦਾ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਤੇ ਚੱਲ ਕੇ ਉਹਦਾ ਉਧਾਰ ਹੋ ਗਿਆ ਜੀ। ਕੌਡਾ ਰਾਖਸ਼ ਦੈਂਤ ਗੁਰੂ ਨਾਨਕ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ, ਭਲਾ ਕਰ ਦਿੱਤਾ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਤੁਸੀਂ ਮਾੜੀ ਮੱਤ ਵਾਲਿਆਂ ਦਾ ਭਲਾ ਹੀ ਕਰ ਦਿੱਤਾ, ਉਧਾਰ ਕਰ ਦਿੱਤਾ। ਸਮਾਨੰ ਨਾ ਆਨੰ ਮਹਾਨੋਪਕਾਰੰ। ਇਸ ਕਰਕੇ ਤੁਹਾਡੇ ਵੀ ਕੋਈ ਬਰਾਬਰ ਹੋ ਸਕਦਾ, ਤੁਹਾਡੇ ਬਰਾਬਰ ਕੋਈ ਨਹੀਂ ਹੈਗਾ। ਤੁਸੀਂ ਮਹਾ ਪਰਉਪਕਾਰੀ ਹੋ। ਪਰ ਉਪਕਾਰ ਉਹ ਕੰਮ ਜਿਹਦੇ ਵਿੱਚ ਦੂਜਿਆਂ ਤੇ ਉਪਕਾਰ ਹੋਵੇ, ਤੁਹਾਡੇ ਤੋਂ ਵੱਡਾ ਇਹੋ ਜਿਹਾ ਹੋਰ ਕੋਈ ਨਹੀਂ ਹੈਗਾ ਜੀ। ਹਾਂਜੀ, ਅਹੋ ਰੂਪ ਸਾਖੀ ਬਸੋ ਦੇਹ ਸਾਰੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਤੁਸੀਂ ਆਪ ਸਾਰੇ ਸਰੀਰਾਂ 'ਚ ਵਸੇ। ਹੁਣ ਬਾਬਾ ਬੁੱਢਾ ਜੀ ਦੀ ਦ੍ਰਿਸ਼ਟੀ ਬੜੀ ਡੂੰਘੀ ਚਲੇਗੀ ਜੀ। ਬਾਬਾ ਜੀ ਕਹਿਣ ਲੱਗੇ ਮਹਾਰਾਜ ਸੱਚ ਤੇ ਇਹ ਹੈ ਸਾਰੇ ਸਰੀਰਾਂ 'ਚ ਵਾਸੀ ਤੁਸੀਂ ਰਹੇ ਹੋ। ਹਾਂਜੀ, ਅਕਰਤਾ ਅਭੁਗਤਾ ਸੰਯੁਕਤਾ ਵਿਚਾਰੇ। ਮਹਾਰਾਜ ਤੁਸੀਂ ਕਰਤਾ ਰਹਿਤ ਹੋ, ਅਕਰਤਾ ਹੋ। ਤੁਹਾਨੂੰ ਕੋਈ ਬਣਾਉਣ ਵਾਲਾ ਨਹੀਂ ਹੈ। ਤੁਸੀਂ ਭੁਗਤੀਆਂ ਤੋਂ ਰਹਿਤ ਹੋ, ਸੰਯੁਕਤ ਹੋ। ਮਹਾਰਾਜ ਆਪ ਆਜ਼ਾਦ ਹਸਤੀ ਹੋ। ਹਾਂਜੀ, ਸਦਾ ਦੀਨ ਬੰਧੂ ਸ਼ਰਨੰਗਯੰ ਮਹਾਨੇ। ਤੇ ਮਹਾਰਾਜ ਗਰੀਬ ਨਵਾਜ ਤੁਸੀਂ ਮਹਾਰਾਜ ਸ਼ਰਨ ਆਇਆਂ ਦੀ ਇੱਜ਼ਤ ਰੱਖਣ ਵਾਲੇ ਹੋ। ਸ਼ਰਨ ਆਇਆਂ ਦੀ ਇੱਜ਼ਤ ਰੱਖਣ ਵਾਲੇ ਹੋ। ਪਿਆਰੇ ਹੋਏ ਬਾਬਾ ਬੁੱਢਾ ਸਾਹਿਬ ਜੀ ਜਸ ਕਰ ਰਹੇ ਤੇ ਇੱਕ ਇੱਕ ਪੰਕਤੀ ਤੇ ਕਈ ਕਈ ਸਾਖੀਆਂ ਪ੍ਰਮਾਣ ਨੇ ਜੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵਿੱਚ। ਵੇਖ ਲਓ ਕਿਵੇਂ ਇੱਕ ਮਨੁੱਖ ਆਇਆ ਸੀ ਨਾ ਸ੍ਰੀ ਕਰਤਾਰਪੁਰ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਪੁੱਤਰ ਤੁਹਾਡੇ ਚਰਨਾਂ 'ਚ ਭੇਟਾ ਕਰਨਾ। 12 ਸਾਲਾਂ ਦਾ ਸੀ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗਾ ਮਹਾਰਾਜ ਮੇਰੇ ਘਰ ਪੁੱਤ ਜੰਮਦਾ ਸੀ ਤੇ ਮਰ ਜਾਂਦਾ ਸੀ। ਕਈ ਵਾਰੀ ਐਸਾ ਹੋਇਆ ਜਿਸ ਬੱਚੇ ਨੇ ਪੈਦਾ ਹੋਣਾ ਉਹਨੇ ਮਰ ਜਾਣਾ। ਜਦੋਂ ਇਹ ਪੈਦਾ ਹੋਇਆ ਉਦੋਂ ਮੈਂ ਤੁਹਾਡਾ ਜਸ ਸੁਣਿਆ ਮਹਾਰਾਜ। ਕਿਸੇ ਕੋਲੋਂ ਜਸ ਸੁਣ ਲਿਆ। ਜਸ ਸੁਣ ਕੇ ਮੈਂ ਆਪਣੇ ਘਰ ਬੈਠਿਆਂ ਹੀ ਤੁਹਾਡੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੇ ਇਹ ਬਚ ਗਿਆ ਤੇ ਤੁਹਾਨੂੰ ਹੀ ਦੇ ਦੇਣਾ। ਵੇਖ ਲਓ ਨੇ ਜਸ ਸੁਣਿਆ। ਕਹਿਣ ਲੱਗਾ ਮਹਾਰਾਜ ਮੈਂ ਸੁਣ ਕੇ ਕੀਤੀ ਅਰਦਾਸ ਤੇ ਤੁਸੀਂ ਮੇਰੀ ਅਰਦਾਸ ਪੂਰੀ ਕੀਤੀ। ਮੇਰਾ ਪੁੱਤ ਮਰਿਆ ਨਹੀਂ, ਜਿਉਂਦਾ ਰਿਹਾ।
ਤੇ ਹੁਣ ਤੁਸੀਂ ਕਿਰਪਾ ਕਰੋ, ਇਹ ਪੁੱਤ ਤੁਹਾਨੂੰ ਦਿੱਤਾ। ਮਹਾਰਾਜ ਗਰੀਬ ਨਵਾਜ ਜੀ ਨੇ ਲਾਜ ਰੱਖੀ ਜੀ। ਗੁਰੂ ਨਾਨਕ ਸਾਹਿਬ ਕਿੰਨੇ ਵੱਡੇ, ਸਾਹਮਣੇ ਆ ਕੇ ਕੋਈ ਸ਼ਰਨ ਵਿੱਚ ਆਵੇ, ਇਹ ਤੇ ਬੜੀ ਵੱਡੀ ਗੱਲ ਹੈ। ਪਿਆਰਿਓ, ਆਪਣੇ ਘਰ ਵਿੱਚ ਬੈਠਿਆਂ ਹੀ ਅਰਦਾਸ ਕਰ ਦਿਓ, ਗੁਰੂ ਨਾਨਕ ਸਾਹਿਬ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਗੁਰੂ ਨਾਨਕ ਸਾਹਿਬ ਉੱਥੋਂ ਤੁਹਾਡੀ ਇੱਛਾ ਪੂਰੀ ਕਰ ਦੇਣਗੇ ਜੀ, ਕਿਉਂਕਿ ਸਾਰੇ ਜੀਵਾਂ 'ਚ ਆਪ ਵਸੇ ਹੋਏ ਹੈ। ਬਾਬਾ ਬੁੱਢਾ ਸਾਹਿਬ ਕਹਿੰਦੇ, ਤੁਸੀਂ ਮਹਾਰਾਜ ਦੀਨਾਂ ਦੁਖੀਆਂ ਦੀ ਰੱਖਿਆ ਕਰਦੇ ਹੋ, ਸ਼ਰਨ ਆਇਆਂ ਦੀ ਲਾਜ ਰੱਖਦੇ ਹੋ। ਹਾਂਜੀ, ਜਪੇ ਨਾਮ ਜੋ ਆਪ ਕੋ ਪ੍ਰੇਮ ਠਾਨੇ। ਮਹਾਰਾਜ ਜਿਹੜਾ ਤੁਹਾਨੂੰ ਪ੍ਰੇਮ ਕਰਕੇ ਨਾਮ ਜਪੇ ਆਪ ਜੀ ਦਾ, ਤਿਸੇ ਹੱਥ ਦੇ ਅੰਤ ਲੇਵੋ ਬਚਾਈ। ਮਹਾਰਾਜ ਫਿਰ ਤੁਸੀਂ ਅੰਤਮ ਸਮੇਂ ਹੱਥ ਦੇ ਕੇ ਉਹਨੂੰ ਬਚਾ ਲੈਂਦੇ ਜੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨੂੰ ਬਚਾ ਲੈਂਦੇ ਜੇ, ਅੰਤਮ ਸਮੇਂ ਵੀ ਹੱਥ ਦੇ ਕੇ ਮਹਾਰਾਜ ਗਰੀਬ ਨਵਾਜ ਉਹਨੂੰ ਤੁਸੀਂ ਬਚਾ ਲੈਂਦੇ ਹੋ। ਵੇਖ ਲਓ, ਬੇਬੇ ਨਾਨਕੀ ਜੀ ਨੇ ਜਪਿਆ ਨਾਮ, ਅੰਤਮ ਸਮੇਂ ਗੁਰੂ ਨਾਨਕ ਸਾਹਿਬ ਪਹੁੰਚੇ। ਭਾਈਆ ਜੈ ਰਾਮ ਜੀ ਨੇ ਜਪਿਆ ਨਾਮ, ਮਹਾਰਾਜ ਅੰਤਮ ਸਮੇਂ ਪਹੁੰਚੇ। ਯਾਦ ਕੀਤਾ ਜੀ ਉਹਨਾਂ ਮਹਾਰਾਜ ਨੂੰ। ਹਾਂਜੀ, ਨਿਜੰ ਦਾਸ ਕੇ ਆਪ ਹੋਵੋ ਸਹਾਈ। ਆਪਣੇ ਦਾਸਾਂ ਦੇ ਤੁਸੀਂ ਸਦਾ ਹੀ ਸਹਾਈ ਹੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲਓ ਬਾਬਾ ਬੁੱਢਾ ਸਾਹਿਬ ਜੀ ਵਿੱਚ ਕਿੰਨੀ ਗੁਰੂ ਨਾਨਕ ਸਾਹਿਬ ਦੀ ਸ਼ਰਧਾ ਜੀ, ਗੁਰੂ ਨਾਨਕ ਸਾਹਿਬ ਪ੍ਰਤੀ। ਇੱਕ ਆਪਾਂ ਸ਼ਬਦ ਕਹਿੰਦੇ ਹੁੰਨੇ ਵੀ ਫਲਾਣੇ ਵਿੱਚ ਤੇ ਕੁੱਟ-ਕੁੱਟ ਕੇ ਗੱਲ ਭਰੀ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਰੋਮ ਰੋਮ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਧਾ ਵਸੀ ਚ, ਤਾਂ ਇੰਨੀ ਵੱਡੀ ਵਡਿਆਈ ਹੈ ਬਾਬਾ ਬੁੱਢਾ ਜੀ ਦੀ। ਹਾਂਜੀ, ਤਰਿਓ ਬੰਸ ਬੇਦੀਨ ਮੈਂ ਰੂਪ ਜੋਈ। ਹਾਂਜੀ, ਭਏ ਧਿਆਨ ਠਾਨੇ ਪਰੇ ਸ਼ਰਨ ਕੋਈ। ਮਹਾਰਾਜ ਕੋਈ ਵੀ ਸਿੱਖ ਤੁਹਾਡੇ ਇਸ ਸਰੂਪ ਦਾ ਧਿਆਨ ਧਾਰ ਲੇ, ਬੇਦੀਆਂ ਦੀ ਕੁੱਲ ਵਿੱਚ ਤੁਸੀਂ ਆਗਮਨ ਧਾਰਨ ਕੀਤਾ, ਤੁਹਾਨੂੰ ਚੇਤਾ ਕਰੇ, ਜਪੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਕਈ ਹੁਣ ਸ਼ੰਕਾ ਕਰਨਗੇ ਵੀ ਵਾਹਿਗੁਰੂ ਨਹੀਂ ਜਪਣਾ। ਪਿਆਰਿਓ, ਵਾਹਿਗੁਰੂ ਵੀ ਜਪਣਾ, ਪਰ ਜੇ ਕਿਤੇ 5 ਮਿੰਟ ਅੱਖਾਂ ਬੰਦ ਕਰਕੇ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿ ਲੋਗੇ ਤਾਂ ਵੀ ਬੜਾ ਭਲਾ ਹੋਏਗਾ। ਕੀ ਭਲਾ ਹੋਏਗਾ? ਬਾਬਾ ਬੁੱਢਾ ਜੀ ਕੋ ਸੁਣਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਬੇਦੀਆਂ ਦੀ ਕੁੱਲ ਚ ਆਗਮਨ ਧਾਰਨ ਕੀਤਾ, ਨਾਮ ਤੁਹਾਡਾ ਗੁਰੂ ਨਾਨਕ ਦੇਵ ਸਾਹਿਬ। ਜਿਹੜਾ ਭਜੇਗਾ ਤੁਹਾਡਾ ਧਿਆਨ ਧਾਰ ਲੇਗਾ, ਸ਼ਰਨ ਵਿੱਚ ਆ ਜਾਵੇਗਾ, ਨਿਸੰਸੇ ਗਤੀ ਪਰਮ ਪਾਵੈ ਆਨੰਦੰ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਸ਼ੱਕ ਕੋਈ ਨਹੀਂ, ਉਹਦੀ ਪਰਮ ਗਤੀ ਹੋਏਗੀ, ਮਹਾਨ ਉੱਚ ਅਵਸਥਾ ਅੰਤਮ ਸਮੇਂ ਪ੍ਰਾਪਤ ਹੋਏਗੀ। ਹਾਂਜੀ, ਨਮੋ ਪਾਦ ਕੰਜੰ ਬਿਲੰਦੇ ਮੁਕੰਦੰ। ਇਸ ਕਰਕੇ ਹੇ ਮੁਕਤੀ ਦਾਤਾ ਜੀ, ਮੈਂ ਆਪ ਜੀ ਦੇ ਚਰਨਾਂ ਤੇ ਸਦਾ ਹੀ ਨਮਸਕਾਰ ਕਰਦਾ ਹਾਂ, ਸਦਾ ਹੀ ਨਮਸਕਾਰ ਕਰਦਾ। ਆਪਾਂ ਵੀ ਕਰੀਏ, ਦੋਵੇਂ ਜੋੜ ਲਓ, ਹੱਥ ਤੇ ਝੁਕਾ ਲਓ, ਸਿਰ ਤੇ ਪਿਆਰ ਨਾਲ ਗੱਜ ਕੇ ਕਹੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਮਹਾਰਾਜ। ਜਿਨ੍ਹਾਂ ਨੇ ਕਥਾ ਸੁਣ ਰਹੇ ਤੇ ਨਹੀਂ ਜੋੜੇ ਹੱਥ ਤੇ ਸਿਰ ਨਹੀਂ ਝੁਕਾਏ, ਮੌਕਾ ਹੀ ਹੁੰਦਾ ਹੈ, ਬੰਦੇ ਦੀ ਪਰਾਲਬਧ ਹੁੰਦੀ ਹੈ, ਭਾਗਾਂ ਦੀ, ਉੱਚੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਹੱਥ ਜੋੜ ਕੇ ਸਿਰ ਝੁਕਾ ਕੇ ਪ੍ਰੇਮ ਨਾਲ ਕਹੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਬਾਬਾ ਬੁੱਢਾ ਜੀ ਕਹਿੰਦੇ, ਨਮੋ ਪਾਦ ਕੰਜੰ ਬਿਲੰਦੇ ਮੁਕੰਦੰ। ਮਹਾਰਾਜ ਗਰੀਬ ਨਵਾਜ ਹੈ, ਮੁਕਤੀ ਦੇ ਦਾਤੇ ਸਤਿਗੁਰੂ ਮੁਕੰਦੰ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਮਹਾਮਾਨ ਮੋਹਾਦ ਮਾਤੇ ਮਤੰਗੰ। ਮਹਾਰਾਜ ਜਿਹੜਾ ਮਹਾਨ ਹੰਕਾਰ ਹਉਮੈ ਵਸੀ ਹੈ, ਮੋਹ ਵਸਿਆ ਤੇ ਮਸਤ ਹਾਥੀ ਵਾਂਗੂ ਹੈ ਜੀ। ਹਾਥੀ ਕਿਤੇ ਮਸਤ ਹੋ ਜੇ ਨਾ ਜੀ, ਮੱਛਰ ਜਾਵੇ ਤੇ ਹੇ ਵਾਹਿਗੁਰੂ ਵੱਡਿਆਂ ਵੱਡਿਆਂ ਨੂੰ ਅੱਗੇ ਲਾ ਦਿੰਦਾ ਜੀ। ਹਉਮੈ ਤੇ ਮੋਹ ਮਸਤ ਹਾਥੀ ਵਾਂਗੂ ਬੰਦੇ ਦੇ ਅੰਦਰ ਹੈ ਜੀ।
ਹਾਂਜੀ। ਹਿਰਦੇ ਕਾਨ ਨੰਗ ਦਾਸ ਕੇ ਸਿੰਘ ਅੰਗੰ। ਤੇ ਮਹਾਰਾਜ ਗਰੀਬ ਨਵਾਜ, ਤੁਸੀਂ ਸਿੱਖਾਂ ਦੇ ਹਿਰਦੇ ਰੂਪੀ ਵਣ ਵਿੱਚ ਸ਼ੇਰ ਰੂਪ ਹੋ ਮਹਾਰਾਜ। ਤੇ ਫਿਰ ਭੱਜ ਜਾਂਦੇ ਆ ਜੀ ਜਦੋਂ ਸ਼ੇਰਾਂ ਦਾ ਸਮੂਹ ਆਉਂਦਾ ਹੈ। ਹਾਂਜੀ। ਰਹੋ ਸਿੱਖ ਕੇ ਅੰਗ ਸੰਗੰ ਸਦਾਈ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰਿਓ, ਮੇਰੇ ਅੰਗ ਸੰਗ ਰਿਓ ਮਹਾਰਾਜ, ਅੰਗ ਸੰਗ ਰਿਓ। ਹਾਂਜੀ। ਨਹੀਂ ਰੋਮ ਬਾਂਕੋ ਕਰੈ ਕੋਇ ਜਾਈ। ਤੇ ਵੇਖ ਲੋ ਬਾਬਾ ਬੁੱਢਾ ਜੀ ਮਹਾਰਾਜ ਨੂੰ ਬੇਨਤੀ ਕਰਨ ਦੇ ਆ, ਤੁਸੀਂ ਵੀ ਇੰਜ ਕਿਹਾ ਕਰੋ ਮਹਾਰਾਜ ਮੇਰੇ ਅੰਗ ਸੰਗ ਰਹੋ। ਸਦਾ ਅੰਗ ਸੰਗੇ ਅਭੰਗੰ ਵਿਭੂਤੰ। ਵਿਭੂਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਮੇਰੇ ਅੰਗ ਸੰਗ ਰਹੋ ਸੱਚੇ ਪਾਤਸ਼ਾਹ। ਜੇ ਤੁਸੀਂ ਅੰਗ ਸੰਗ ਹੋ ਨਾ, ਮੇਰਾ ਹੋਰ ਕੋਈ ਨੇ ਕੀ ਵਿਗਾੜਨਾ, ਮੇਰਾ ਰੋਮ ਵੀ ਨਹੀਂ ਕੋਈ ਵਿਗਾੜ ਸਕਦਾ। ਹਾਂਜੀ। ਗਿਨੈ ਕੋ ਗੁਨੰਗ ਪਾਰ ਪਾਵੈ ਨਾ ਕੋਈ। ਮਹਾਰਾਜ ਮੈਂ ਤੁਹਾਡੇ ਕਿੰਨੇ ਕੁ ਗੁਣ ਗਿਣਾ, ਪਾਰ ਨਹੀਂ ਪਾਇਆ ਜਾਏਗਾ, ਪਾਰ ਨਹੀਂ ਪਾਇਆ ਜਾਣਾ। ਸੱਚੀ ਗੱਲ ਹੈ। ਕਿੰਨੇ ਕੁ ਗੁਣ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਗਾਲੇਗਾ, ਕਿੰਨੇ ਕੁ ਕਰ ਲੇਗਾ। ਅਖੀਰ ਤੇ ਇੱਕੋ ਗੱਲ ਕਹਿਣੀ ਪੈਣੀ ਕਿ ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਮਹਾਰਾਜ ਤੁਸੀਂ ਮੇਰੀ ਇੱਜ਼ਤ ਰੱਖਣੀ ਹੈ। ਹਾਂਜੀ। ਮਹਾਨੰ ਮਹੀਆਨ ਰੂਪੰ ਜੇ ਹੋਈ। ਮਹਾਨ ਤੋਂ ਮਹਾਨ, ਵੱਡਿਆਂ ਤੋਂ ਵੱਡਾ ਆਪ ਜੀ ਦਾ ਰੂਪ ਹੈ ਸੱਚੇ ਪਾਤਸ਼ਾਹ। ਬੜੇ ਵੱਡੇ ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਹਾਂਜੀ। ਨਿਜੰ ਸ਼੍ਰੇਯ ਹੋਤੰ ਭਜੇ ਜਉਨ ਕਉਨੰ। ਨਿਜੰ ਸ਼੍ਰੇਹ ਹੇਤੰ ਭਜੇ ਜਉਨ ਕਉਨੰ। ਮਹਾਰਾਜ ਜਿਹੜਾ ਆਪਣੇ ਹੇਤ ਵਾਸਤੇ, ਆਪਣੇ ਭਲੇ ਵਾਸਤੇ ਕੋਈ ਵੀ ਤੁਹਾਡਾ ਨਾਮ ਜਪੇ, ਦਇਆ ਧਾਰ ਦੇਵੰ ਮਹਾ ਮੋਦ ਤੋਯੰ। ਤੇ ਮਹਾਰਾਜ ਫਿਰ ਤੁਸੀਂ ਦਇਆ ਧਾਰਨ ਕਰਕੇ ਤੁਸੀਂ ਉਹਨੂੰ ਮਹਾਨ ਆਨੰਦ ਦਿੰਦੇ ਹੋ। ਤੇ ਕਿੰਨੇ ਜਪਿਆ ਤੇ ਬਣਿਆ ਨੇ। ਪਰ ਮੈਂ ਇੱਕ ਦਾ ਜ਼ਿਕਰ ਕਰ ਦੇਣਾ, ਫਿਰ ਆਪਾਂ ਲੜੀਵਾਰ ਕਥਾ ਵੀ ਕਰਨੀ ਹੈ। ਸੰਗਤ ਜੀ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ ਸੀਗਾ ਰਾਜਾ ਸ਼ਿਵਨਾਭ। ਅੱਠੇ ਪੈਰ ਬੈਰਾਗ ਚ ਹੋ ਗਿਆ, ਮਹਾਰਾਜ ਦਰਸ਼ਨ ਦਿਓ, ਦਰਸ਼ਨ ਦਿਓ, ਦਰਸ਼ਨ ਦਿਓ। ਤੇ ਮਹਾਰਾਜ ਗਰੀਬ ਨਵਾਜ ਜੀ ਦੀ ਸ਼ਰਧਾ ਇੰਨੀ ਜ਼ਿਆਦਾ ਸੱਚੇ ਪਾਤਸ਼ਾਹ ਵਾਸਤੇ, ਬੜੇ ਸਾਧੂ ਆਪਣਾ ਨਾਮ ਨਾਨਕ ਰੱਖ ਕੇ ਆਉਣ ਲੱਗ ਪਏ ਜੀ। ਉਹਨੇ ਵੇਖਿਆ ਵੀ ਨਹੀਂ, ਉਹਨੇ ਫਿਰ ਟੈਸਟ ਰੱਖਣਾ ਸ਼ੁਰੂ ਕਰਤਾ। ਜਵਾਨ ਇਸਤਰੀਆਂ ਨੂੰ ਭੇਜਣਾ ਉਹਦੇ ਕੋਲ, ਉਹਨਾਂ ਹਾਵ ਭਾਵ ਕਰਨੇ, ਤੇ ਜਿਹੜਾ ਸਾਧੂ ਨਹੀਂ ਸੀ ਉਹ ਡੋਲਦਾ ਸੀ। ਤੇ ਇੱਕ ਦਿਨ ਫਿਰ ਰੋਜ਼ ਨਕਲੀ ਆਉਂਦੇ ਸਨ। ਸ਼ਿਵਨਾਭ ਯਾਦ ਕਰਦਾ ਸੀ, ਰੋਜ਼ ਨਕਲੀ ਆਉਂਦੇ ਸਨ। ਇੱਕ ਦਿਨ ਅਸਲੀ ਵੀ ਆ ਗਏ ਜੀ, ਧੰਨ ਗੁਰੂ ਨਾਨਕ ਸਾਹਿਬ। ਬਸ ਜਦੋਂ ਉਹਨੇ ਭੇਜੀਆਂ ਇਸਤਰੀਆਂ, ਮਹਾਰਾਜ ਬਾਗ 'ਚ ਠਹਿਰੇ, ਉਹ ਆ ਕੇ ਹਾਵ ਭਾਵ ਕਰਨ, ਨੱਚਣ। ਗੁਰੂ ਨਾਨਕ ਸਾਹਿਬ ਨੇ ਉਹਨਾਂ ਇਸਤਰੀਆਂ ਨੂੰ ਆਪਣੀਆਂ ਬੱਚੀਆਂ ਕਿਹਾ ਜੀ। ਜਦੋਂ ਮਹਾਰਾਜ ਨੇ ਬੱਚੀਆਂ ਕਿਹਾ, ਉਹਨਾਂ ਆ ਕੇ ਦੱਸਿਆ ਸ਼ਿਵਨਾਭ ਇਹ ਅਸਲੀ ਹੋ। ਤੇ ਸ਼ਿਵਨਾਭ ਦਿਨ ਰਾਤ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ ਹੁੰਦਾ ਸੀ। ਸੰਗਤ ਜੀ, ਸ਼ਿਵਨਾਭ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ, ਤੇ ਮਹਾਰਾਜ ਗਰੀਬ ਨਵਾਜ ਜੀ ਨੇ ਉਹਦੇ ਤੇ ਮਿਹਰਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਦਇਆ ਕੀਤੀ। ਬਾਬਾ ਬੁੱਢਾ ਜੀ ਕੋਈ ਐਵੇਂ ਨਹੀਂ ਬਚਨ ਕਰਨ ਦੇ। ਧੰਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਹੇ ਮਹਾਰਾਜ ਗਰੀਬ ਨਵਾਜ, ਜਿਹੜਾ ਤੁਹਾਨੂੰ ਯਾਦ ਕਰਦਾ, ਤੁਸੀਂ ਮਹਾਰਾਜ ਆਪਣੀ ਦਇਆ ਧਾਰ ਕੇ ਉਹਨੂੰ ਫਿਰ ਮਹਾਰਾਜ ਮਹਾਨ ਆਨੰਦ ਦਿੰਦੇ ਹੋ। ਮਹਾ ਦੁਖ ਸਿੱਧੰ ਪ੍ਰਭੂ ਹੋ ਅਗਸਤੰ। ਹੇ ਮਹਾਰਾਜ, ਤੁਸੀਂ
ਮਹਾਰਾਜ ਜਿਹੜਾ ਦੁੱਖ ਰੂਪ ਸਮੁੰਦਰ ਹੈ ਨਾ, ਉਹਦੇ ਵਾਸਤੇ ਤੁਸੀਂ ਅਗਸਤ ਮੁਨੀ ਹੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿਹਨੇ ਆਪਣੀਆਂ 2.5 ਚੁੜੀਆਂ ਵਿੱਚ ਹੀ ਸਾਰਾ ਸਮੁੰਦਰ ਸੁਕਾ ਦਿੱਤਾ ਸੀਗਾ, ਤੇ ਮਹਾਰਾਜ ਇਸੇ ਤਰ੍ਹਾਂ ਤੁਸੀਂ ਦੁੱਖ ਰੂਪ ਸਮੁੰਦਰ ਨੂੰ ਸੁਕਾ ਦਿੰਦੇ ਹੋ, ਸੁੱਖ ਦੇਣ ਵਾਲੇ ਹੋ। ਸਮਸਤੰ ਨਿਵਾਸੋ ਬਿਲਾਸੋ ਸਮਸਤੰ। ਸਾਰਿਆਂ ਦੇ ਵਿੱਚ ਤੁਹਾਡਾ ਹੀ ਨਿਵਾਸ ਹੈ। ਮੈਂ ਮਹਾਰਾਜ ਗਰੀਬ ਨਵਾਜ ਸਾਰਿਆਂ 'ਚ ਤੁਹਾਨੂੰ ਵੇਖਦਾ ਹਾਂ। ਦਈ ਮੁਖ ਕੋਟਾਨ ਜੇ ਮੋਹ ਗ੍ਰਸਤੰ। ਧੰਨ ਧੰਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਦਈ ਮੋਖ ਕੋਟਾਨ ਜੇ ਮੋਹ ਗ੍ਰਸਤੰ। ਜਿਹੜੇ ਮੋਹ 'ਚ ਲੋਕ ਫਸੇ ਸਨ, ਹੇ ਗੁਰੂ ਨਾਨਕ ਸਾਹਿਬ ਤੁਸੀਂ ਮਹਾਰਾਜ ਉਹਨਾਂ ਨੂੰ ਮੁਕਤੀ ਦਿੱਤੀ ਹੈ, ਔਰ ਇੱਕ ਅੱਧੇ ਨੂੰ ਨਹੀਂ ਦਿੱਤੀ, ਕਰੋੜਾਂ ਨੂੰ ਦਿੱਤੀ ਹੈ। ਸਦਾ ਜੈ ਨਮਸਤੰ ਨਮਸਤੰ। ਹੇ ਮਹਾਰਾਜ ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਹੀ ਜੈ ਹੋਵੇ। ਤੁਹਾਡੇ ਚਰਨਾਂ 'ਚ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਜਿੱਥੇ ਬਾਬਾ ਬੁੱਢਾ ਜੀ ਨੇ ਕੀਤੀ ਆਪਾਂ ਵੀ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਦੋਹਰਾ। ਸ਼੍ਰੀ ਬੁੱਢੇ ਅਸ਼ਟਕ ਕਰਿਓ ਸੁਨ ਸਤਿਗੁਰ ਸੁਖਦਾਏ। ਇਸ ਤਰੀਕੇ ਨਾਲ ਬਾਬਾ ਬੁੱਢਾ ਜੀ ਨੇ ਮਹਾਰਾਜ ਜੀ ਨੂੰ ਡੰਡੌਤ ਬੰਦਨਾ ਕੀਤੀ ਜੀ, ਡੰਡੌਤ ਬੰਦਨਾ ਕੀਤੀ। ਸ਼੍ਰੀ ਬੁੱਢੇ ਅਸ਼ਟਕ ਕਰਿਓ ਤੇ ਮਹਾਰਾਜ ਗਰੀਬ ਨਵਾਜ ਸੁਖਦਾਈ ਸੱਚੇ ਪਾਤਸ਼ਾਹ ਗਰੀਬ ਨਵਾਜ। ਹਾਂਜੀ। ਭਾਈ ਪਦ ਬਖਸ਼ਨ ਕਰਿਓ ਸੁਨਤ ਸਿੱਖ ਸਮੁਦਾਏ। ਮਹਾਰਾਜ ਨੇ ਫਿਰ ਭਾਈ ਪਦ ਬਖਸ਼ਿਸ਼ ਕੀਤਾ ਜੀ ਬਾਬਾ ਬੁੱਢਾ ਜੀ ਨੂੰ। ਭਾਈ ਬ੍ਰਿਧ, ਜਿਹਨੂੰ ਆਪਾਂ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਜੀ ਕਹਿ ਦਿੰਦੇ। ਭਾਈ ਦਾ ਖਿਤਾਬ, ਭਰਾ, ਭਾਈ ਦਾ ਖਿਤਾਬ ਮਹਾਰਾਜ ਜੀ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਧਰੋ ਬਾਬਾ ਜੀ ਦੇ ਚਰਨਾਂ ਦਾ ਵੀ ਧਿਆਨ, ਪਿਆਰ ਨਾਲ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਚੌਪਈ। ਪੜ੍ਹੇ ਸੁਣੇ ਅਸ਼ਟਕ ਮਨ ਲਾਵਹਿ, ਸੋ ਜਨ ਸਕਲ ਪਦਾਰਥ ਪਾਵਹਿ। ਜਿਹੜਾ ਮਹਾਰਾਜ ਨੇ ਸਤਨਾਮ ਵਾਹਿਗੁਰੂ ਬਖਸ਼ਿਸ਼ ਕੀਤੀ, ਜਿਹੜਾ ਇਹਨੂੰ ਪੜ੍ਹਦਾ ਹੈ, ਸੁਣਦਾ ਹੈ, ਤੇ ਉਹ ਸਾਰੇ ਪਦਾਰਥ ਪਾਉਂਦਾ ਹੈ। ਜਿਹੜਾ ਮਹਾਰਾਜ ਦੀ ਇਹ ਵਡਿਆਈ ਸੁਣਦਾ ਹੈ, ਉਹ ਵੀ ਸਾਰੇ ਪਦਾਰਥ ਪਾਉਂਦਾ ਹੈ। ਹਾਂਜੀ। ਤਿਨਕੇ ਨਾਨਾ ਰੋਗ ਨਿਵਾਰੈ। ਉਹਨਾਂ ਦੇ ਰੋਗ ਬੜੇ ਦੂਰ ਹੁੰਦੇ ਜੀ। ਵਾਹਿਗੁਰੂ ਦਾ ਨਾਮ ਬੜੀ ਵੱਡੀ ਦਵਾਈ ਹੈ, ਬੜੇ ਰੋਗ ਦੂਰ ਹੁੰਦੇ ਹੈ। ਹਾਂਜੀ। ਮਨ ਤੇ ਕਾਮ ਰੋ ਕ੍ਰੋਧ ਬਿਦਾਰੈ। ਵੱਡੇ ਰੋਗ ਜਿਹੜੇ ਆਤਮਾ ਨੂੰ ਲੱਗੇ, ਕਾਮ ਦਾ ਤੇ ਕ੍ਰੋਧ ਦਾ, ਇਹ ਨਹੀਂ ਖਹਿੜਾ ਛੱਡਦੇ ਜੀ। ਕਾਮ ਵਾਲੇ ਬੰਨੋਂ ਬੰਦਾ ਥੋੜਾ ਉੱਚਾ ਉੱਠੇ, ਕ੍ਰੋਧ ਆ ਕੇ ਘੇਰ ਲੇਗਾ। ਕ੍ਰੋਧ ਆ ਕੇ ਜਦੋਂ ਘੇਰ ਲੈਂਦਾ, ਉਦੋਂ ਹੋਰ ਕੰਮ ਖਰਾਬ ਹੋ ਜਾਂਦਾ ਜੀ। ਇਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਸ ਕਰਨ ਨਾਲ, ਨਾਮ ਜਪਣ ਨਾਲ ਕਵੀ ਜੀ ਲਿਖਦੇ ਦੂਰ ਹੁੰਦੇ ਆ। ਸੁਨ ਕਰ ਸਗਰੀ ਸੰਗਤ ਮੋਦਾ। ਜਦੋਂ ਬਾਬਾ ਜੀ ਨੇ ਵਡਿਆਈ ਕੀਤੀ, ਬਾਬਾ ਜੀ ਨੂੰ ਮਹਾਰਾਜ ਨੇ ਭਾਈ ਦੀ ਪਦਵੀ ਦਿੱਤੀ, ਮਹਾਰਾਜ ਗਰੀਬ ਨਵਾਜ ਜੀ ਦੇ ਮੁਖੋਂ ਸਾਰੀ ਸੰਗਤ ਸੁਣ ਕੇ ਬੜੀ ਖੁਸ਼ ਹੋਈ ਜੀ ਇਹ ਗੱਲ। ਹਾਂਜੀ। ਜੈ ਜੈ ਸ਼ਬਦ ਬਦਤ ਚਾਹ ਕੋਦਾ। ਬਸ ਸਾਰੇ ਮਹਾਰਾਜ ਨੂੰ ਜੈ ਜੈਕਾਰ ਕਰਨ ਲੱਗ ਪਏ, ਮਹਾਰਾਜ ਗਰੀਬ ਨਵਾਜ ਜੀ ਦੀ। ਹਾਂਜੀ। ਮਹਾ ਮਹਾਤਮ ਸਤਿਗੁਰ ਕੇਰਾ, ਦਰਸ਼ਨ ਕੋ ਦਰਸਤ ਚਾਹ ਫੇਰਾ। ਗੁਰੂ ਸਾਹਿਬ ਜੀ ਦਾ ਬੜਾ ਹੀ ਮਹਾਨ ਮਹਾਤਮ ਹੈ ਦਰਸ਼ਨਾਂ ਦਾ। ਚਾਰੇ ਪਾਸਿਆਂ ਤੋਂ ਸੰਗਤਾਂ ਫਿਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਸਨ ਉੱਥੇ। ਹਾਂਜੀ। ਬਾਹਰੋਂ ਕਹਿਓ ਕਨਾਤ ਤਨੀਜੈ। ਫਿਰ ਮਹਾਰਾਜ ਗਰੀਬ ਨਵਾਜ ਜੀ ਨੇ ਕਿਹਾ, ਭਾਈ ਸਾਡੇ ਆਲੇ ਦੁਆਲੇ ਨਾ ਹੁਣ ਤੁਸੀਂ ਕਨਾਤ ਲਾ ਦਿਓ, ਤੰਬੂ ਲਾ ਦਿਓ। ਚਾਹੋਂ ਦਿਸ਼ ਮਹਿ ਘੇਰਾ ਕਰ ਲੀਜੈ। ਚਾਰੇ ਪਾਸਿਆਂ ਤੋਂ ਘੇਰਾ ਬਣਾ ਲਓ, ਮਹਾਰਾਜ ਕਹਿਣ ਲੱਗੇ ਘੇਰਾ ਕਰ ਲਵੋ। ਹਾਂਜੀ। ਸਰਬ ਨਿਕਸ ਕੈ ਬਾਹਰ ਜਾਵਹੋ। ਸਾਰੇ ਮਹਾਰਾਜ ਕਹਿਣ ਲੱਗੇ ਬਾਹਰ ਚੱਲ ਜਾਣਾ, ਕਨਾਤ ਦੇ ਅੰਦਰ ਨਹੀਂ ਕੋਈ ਰਹੇਗਾ, ਬਾਹਰ ਸਾਰੇ ਘੇਰਾ ਬਣਾ ਲਓ, ਪਰ ਤੰਬੂ ਲਾ ਦਿਓ। ਮਹਾਰਾਜ ਕਹਿੰਦੇ ਸਾਡੇ ਆਲੇ ਦੁਆਲੇ। ਹਾਂਜੀ। ਸਤ ਨਾਮ ਸਿਮਰਹੁ ਗੁਣ ਗਾਵਹੋ। ਤੇ ਬਾਹਰ ਬੈਠ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ। ਬਸ ਹੁਣ ਮਹਾਰਾਜ ਪੰਥ ਤੋਂ ਆਪਣਾ ਸਰੀਰ ਓਹਲਾ ਕਰਨ ਲੱਗੇ ਹੈ।
ਉਰ ਤੋਂ ਬਾਅਦ ਸੰਗਤ ਜੀ ਇਸ ਸਮੇਂ ਤੋਂ ਬਾਅਦ ਸਰੀਰ ਦੇ ਜੇ ਕਿਸੇ ਨੇ ਦਰਸ਼ਨ ਕਰਨੇ ਆ ਉਹਨੂੰ ਬੜਾ ਜਪ ਤਪ ਕਰਨਾ ਪੈਂਦਾ। ਦੇ ਦਿੰਦੇ ਆ ਮਹਾਰਾਜ ਦਰਸ਼ਨ, ਪਰ ਮਹਾਰਾਜ ਨੇ ਮੁੱਖ ਰੂਪ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ, ਮੈਂ ਇਹਦੇ ਵਿੱਚ ਹੀ ਵਸਦਾ ਹਾਂ। ਪਰ ਹੁਣ ਮਹਾਰਾਜ ਸਰੀਰ ਦਾ ਓਹਲਾ ਕਰਨ ਲੱਗੇ ਸਤਿਗੁਰੂ। ਹਾਂਜੀ, ਸੁਨ ਤਹਿ ਛਿਨ ਦਾਸਨ ਤਤਕਾਲਾ। ਬਸ ਉਸੇ ਵੇਲੇ ਸੇਵਕਾਂ ਨੇ ਸੰਗਤ ਜੀ ਮਹਾਰਾਜ ਗਰੀਬ ਨਵਾਜ ਜੀ ਦਾ ਹੁਕਮ ਮੰਨ ਕੇ ਹਾਂਜੀ ਘੇਰੀ ਤਹਾਂ ਕਨਾਤ ਬਿਸਾਲਾ। ਤੰਬੂ ਲਾ ਦਿੱਤਾ ਜੀ। ਹੁਣ ਤੁਸੀਂ ਉਸ ਸਮੇਂ ਦੀਆਂ ਸੰਗਤਾਂ ਦੇ ਵਿੱਚ ਖਲੋ ਜਾਓ ਜਾ ਕੇ। ਮਹਾਰਾਜ ਗਰੀਬ ਨਵਾਜ ਜੀ ਦੇ ਆਸੇ ਪਾਸੇ ਤੰਬੂ ਲਾਤਾ। ਪਹਿਲਾਂ ਦਰਸ਼ਨ ਹੋ ਰਹੇ ਸਨ, ਫਿਰ ਤੰਬੂ ਦੇ ਵਿੱਚ ਮਹਾਰਾਜ ਗਰੀਬ ਨਵਾਜ ਬੈਠ ਗਏ ਆ ਤੇ ਸਰੀਰ ਓਹਲੇ ਹੋ ਗਿਆ। ਬਿਲਕੁਲ ਸੇਮ ਗੱਲ 10ਵੇਂ ਪਾਤਸ਼ਾਹ ਨੇ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਤੰਬੂ ਲਗਵਾਇਆ, 10ਵੇਂ ਪਾਤਸ਼ਾਹ ਨੇ ਵੀ ਤੰਬੂ ਲਗਵਾਇਆ ਜੀ। ਹਾਂਜੀ, ਅੰਬਰ ਪਾਏ ਬਦਨ ਪਰ ਸਵੇਤਾ। ਤੇ ਉਹ ਨਾ ਕੱਪੜੇ ਦੇ ਵਿੱਚੋਂ ਥੋੜਾ ਥੋੜਾ ਵੇਖ ਰਿਹਾ ਵੀ ਮਹਾਰਾਜ ਕੀ ਕਰ ਰਹੇ। ਧੁੱਪ ਦਾ ਸਮਾਂ ਹੈ ਤੇ ਸੰਗਤਾਂ ਵੇਖਦੀਆਂ ਵੀ ਮਹਾਰਾਜ ਗਰੀਬ ਨਵਾਜ ਨੇ ਜਿਹੜੀ ਚਾਦਰ ਸੀਗੀ ਗੁਰੂ ਸਾਹਿਬ ਦੇ ਕੋਲ, ਉਹ ਮਹਾਰਾਜ ਚਾਦਰ ਲੈ ਕੇ ਲੰਮੇ ਪੈ ਗਏ ਹੈ। ਹਾਂਜੀ, ਪੌਡੇ ਪੁੰਨ ਬੇਦੀ ਕੁਲ ਕੀਤਾ। ਤੇ ਮਹਾਰਾਜ ਗਰੀਬ ਨਵਾਜ ਲੰਮੇ ਪੈ ਗਏ। ਹੁਣ ਉੱਠ ਕੁਝ ਸਮੇਂ ਤੱਕ, ਪਰ ਸੰਗਤਾਂ ਸਮਝ ਗਈਆਂ ਮਹਾਰਾਜ ਨੇ ਸਰੀਰ ਤਿਆਗ ਦਿੱਤਾ। ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ। ਹਾਂਜੀ, ਰੌਰ ਪਰਾ ਸਗਰੇ ਨਰ ਮਾਹੀ। ਸਾਰੀਆਂ ਸੰਗਤਾਂ ਵਿੱਚ ਰੌਲਾ ਪੈ ਗਿਆ ਜੀ ਇਸ ਗੱਲ ਦਾ ਵੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸਰੀਰ ਦਾ ਓਹਲਾ ਕੀਤਾ, ਮਹਾਰਾਜ ਜੀ ਨੇ ਸਰੀਰ ਤਿਆਗ ਦਿੱਤਾ। ਹਾਂਜੀ, ਲੋਚਨ ਤੇ ਜਲ ਧਾਰ ਚੁਆਹੀ। ਬਸ ਫਿਰ ਨੇਤਰਾਂ ਤੋਂ ਜਲ ਵਹਿਣ ਲੱਗ ਪਿਆ। ਹੋਣ ਲਗੀ ਸਭ ਸੌਜ ਤਿਆਰੇ। ਸੇਵਕ ਸੌਜ ਸਮਾਨ ਤਿਆਰ ਕਰਨ ਲੱਗ ਪਏ ਜੀ ਮਹਾਰਾਜ ਜੀ ਦੇ ਸਰੀਰ ਦੇ ਸੰਸਕਾਰ ਵਾਸਤੇ, ਮਹਾਰਾਜ ਜੀ ਦੇ ਸਰੀਰ ਨੂੰ ਅਗਨ ਭੇਟਾ ਕਰਨ ਵਾਸਤੇ। ਹਾਂਜੀ, ਸੰਦਲ ਧਰਿਓ ਆਨ ਬਹੁ ਭਾਰੇ। ਸੰਦਲ ਚੰਦਨ ਦੀ ਜਿਹੜੀ ਲੱਕੜੀ ਹੈ ਨਾ, ਉਹ ਲਿਆ ਕੇ ਰੱਖੀ ਸੀ ਪ੍ਰੇਮੀਆਂ ਨੇ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਅਗਨ ਭੇਟਾ ਕਰਨ ਵਾਸਤੇ। ਹਾਂਜੀ, ਪੁਸ਼ਪ ਸੁਗੰਧਤ ਘ੍ਰਿਤ ਬਹੁ ਆਨਾ। ਬੜੇ ਫੁੱਲ, ਦੇਸੀ ਘਿਓ, ਬੜਾ ਕੁਝ ਲੈ ਕੇ ਆਂਦਾ ਸੀਗਾ ਜੀ। ਹਾਂਜੀ, ਤਿਲ ਆਦਿਕ ਸਭ ਕੀ ਨਮਹਾਨਾ। ਉਹ ਸਾਰੀ ਸਮੱਗਰੀ ਜਿਹੜੀ ਸੀ ਨਾ ਸੇਵਕਾਂ ਨੇ ਹੌਲੀ ਹੌਲੀ ਤਿਆਰ ਕੀਤੀ। ਬਾਹਰ ਕੀਰਤਨ ਹੋਣ ਲੱਗ ਪਿਆ। ਤੰਬੂ ਦੇ ਅੰਦਰ ਮਹਾਰਾਜ ਦਾ ਸਰੀਰ ਹੈ ਤੇ ਅੰਦਰ ਕੋਈ ਨਹੀਂ ਜਾ ਰਿਹਾ। ਹਾਂਜੀ, ਰੁਦਨ ਕਰਹਿ ਸਭ ਹੀ ਨਰ ਨਾਰੀ। ਬਾਬਾ ਸ੍ਰੀ ਚੰਦ ਜੀ, ਲਖਮੀ ਦਾਸ ਜੀ, ਸਾਰੇ ਸਿੱਖ ਪਿਆਰਿਓ ਬੈਰਾਗ ਕਰਨ ਦੇ ਆ। ਇਸਤਰੀਆਂ ਵੀ ਬੈਰਾਗ ਕਰ ਰਹੀਆਂ ਹਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਰੀਰ ਤਿਆਗ ਗਏ ਸਾਡੇ। ਹਾਂਜੀ, ਸ਼੍ਰੀ ਨਾਨਕ ਗੁਣ ਨਾਮ ਉਚਾਰੀ। ਮਹਾਰਾਜ ਗਰੀਬ ਨਵਾਜ ਜੀ ਦੇ ਗੁਣਾਂ ਨੂੰ ਯਾਦ ਕਰਦੇ, ਮਹਾਰਾਜ ਗਰੀਬ ਨਵਾਜ ਜੀ ਦਾ ਨਾਮ ਲੈਂਦੇ ਸਾਰੇ। ਹਾਂਜੀ, ਇਤਨੇ ਮਹਿ ਪਠਾਨ ਤਹਿ ਆਏ। ਉਧਰ ਇਹ ਮਾਹੌਲ ਬਣ ਗਿਆ ਬੈਰਾਗ ਦਾ ਤੇ ਉਧਰੋਂ ਪਠਾਨ ਚੱਲ ਕੇ ਆ ਗਏ ਜੀ। ਪਠਾਨ ਆਏ ਜੀ ਚੱਲ ਕੇ, ਮੁਸਲਮਾਨਾਂ ਦਾ ਫਿਰਕਾ। ਹਾਂਜੀ, ਦਰਸ ਕਾਰਨ ਹਿਰਦੇ ਲਲਚਾਏ। ਉਹਨਾਂ ਨੂੰ ਪਤਾ ਲੱਗਾ, ਉਹਨਾਂ ਦੇ ਮਨ ਵਿੱਚ ਭਾਵਨਾ ਸੀ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰੀਏ ਜਾ ਕੇ। ਹਾਂਜੀ, ਸ਼ਸਤਰਨ ਜੁਗਤ ਸੋ ਮਨੁਜ ਕਨੇਰੇ। ਉਹ ਪਠਾਣਾਂ ਦੇ ਜਿੰਨੇ ਆਏ ਸਨ ਨਾ ਜੀ, ਸਾਰਿਆਂ ਨੇ ਸ਼ਸਤਰ ਸਜਾਏ ਸਨ ਜੀ, ਸਾਰਿਆਂ ਨੇ। ਹਾਂਜੀ, ਹੁਤੇ ਮੁਰੀਦ ਗੁਰੂ ਪਗ ਕੇਰੇ। ਤੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਦੇ ਮੁਰੀਦ ਸਨ ਜੀ, ਸਿੱਖ ਸਨ ਇਹ ਵੀ ਮਹਾਰਾਜ ਦੇ ਇੱਕ ਹਿਸਾਬ ਨਾਲ। ਹਾਂਜੀ, ਚਾਹੋ ਦਿਸ਼ ਤਨੀ ਕਨਾਤ ਬਿਸਾਲਾ। ਉਹ ਜਦੋਂ ਆਏ ਉਹਨਾਂ ਵੇਖਿਆ ਸੰਗਤਾਂ ਦਾ ਇਕੱਠ ਬੜਾ ਹੈ ਤੇ ਕਨਾਤ ਹੈ ਮਹਾਰਾਜ ਗਰੀਬ ਨਵਾਜ ਜੀ ਦੇ ਆਲੇ ਦੁਆਲੇ, ਤੰਬੂ ਹੈ ਸਰੀਰ ਦੇ ਆਲੇ ਦੁਆਲੇ। ਹਾਂਜੀ, ਕਿਸ ਹੋ ਨਾ ਦਰਸ ਹੋਤ ਤਹਿ ਕਾਲਾ। ਤੇ ਦਰਸ਼ਨ ਕੋਈ ਵੀ ਨਹੀਂ ਮਹਾਰਾਜ ਦੇ ਕਰ ਰਿਹਾ, ਤੰਬੂ ਦੇ ਅੰਦਰ ਨਹੀਂ ਕੋਈ ਜਾ ਰਿਹਾ। ਉਹਨਾਂ ਨੇ ਵੇਖਿਆ ਜੀ। ਹਾਂਜੀ, ਦੇਖ ਪਠਾਨ ਹਿਰਦੈ ਬਿਸਮਾਏ। ਪਠਾਨ ਵੇਖ ਕੇ ਬੜੇ ਹੈਰਾਨ ਹੋ ਗਏ ਜੀ। ਹਾਂਜੀ, ਦਰਸ ਨਿਰਾਸ ਹਿਰਦੇ ਅਕੁਲਾਏ। ਉਹ ਦਰਸ਼ਨਾਂ ਦੀ ਭਾਵਨਾ ਨਾਲ ਆਏ ਹੈ। ਸਾਹਮਣੇ ਮਹਾਰਾਜ ਦੇ ਦਰਸ਼ਨ ਨਾ ਹੋਏ,
ਉਹ ਬੜੇ ਵਿਆਕੁਲ ਹੋ ਗਏ ਜੀ। ਹਾਂਜੀ, ਖਰੇ ਲੋਕ ਚਾਹੋ ਦਿਸ ਰਖਵਾਰੀ। ਚਾਰੇ ਪਾਸੇ ਲੋਕ ਖਲੋਤੇ ਐ ਤੇ ਸਾਧ ਸੰਗਤ ਜੀ ਉਹ ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ ਦੀ ਰਖਵਾਲੀ ਇੱਕ ਹਿਸਾਬ ਨਾਲ ਕਰ ਰਹੇ ਐ। ਹਾਂਜੀ, 300 ਖਾਨਨ ਗਿਰਾ ਉਚਾਰੀ। ਪਠਾਣਾ ਨੇ ਸੰਗਤਾਂ ਨੂੰ ਉਸ ਸਮੇਂ ਇਸ ਤਰ੍ਹਾਂ ਆਖਿਆ ਜੀ। ਹਾਂਜੀ, ਤੁਮ ਹੋ ਸਿੱਖ ਗੁਰੂ ਗੁਣ ਖਾਨੀ। ਕਹਿਣ ਲੱਗੇ ਭਾਈ ਤੁਸੀਂ ਗੁਰੂ ਦੇ ਸਿੱਖ ਹੋ, ਸੱਚੇ ਪਾਤਸ਼ਾਹ ਜੀ ਦੇ। ਹਾਂਜੀ, ਹਮ ਮੁਰੀਦ ਹੈ ਸਭ ਜਗ ਜਾਨੀ। ਅਸੀਂ ਵੀ ਗੁਰੂ ਦੇ ਮੁਰੀਦ ਹਾਂ, ਅਸੀਂ ਵੀ ਮਹਾਰਾਜ ਜੀ ਦੇ ਚੇਲੇ। ਜਿਵੇਂ ਤੁਸੀਂ ਸਿੱਖ ਹੋ ਨਾ, ਉਵੇਂ ਅਸੀਂ ਵੀ ਸਤਿਗੁਰਾਂ ਦੇ ਮੁਰੀਦ ਹਾਂ। ਆਖਰ ਕਉ ਦਰਸ਼ਨ ਇਹ ਕਾਲਾ। ਤੇ ਅੰਤਮ ਸਮੇਂ ਦਾ ਇਹ ਜਿਹੜਾ ਮਹਾਨ ਪਵਿੱਤਰ ਗੁਰੂ ਜੀ ਦਾ ਦਰਸ਼ਨ ਹੈ। ਹਾਂਜੀ, ਹਮ ਕੋ ਕਰਨੇ ਦੇਹੋ ਕਿਰਪਾਲਾ। ਸਾਨੂੰ ਵੀ ਦਰਸ਼ਨ ਕਰਨ ਦਿਓ ਸਾਡੇ ਸਤਿਗੁਰੂ ਦੇ, ਸਾਡੇ ਪੀਰ ਦੇ। ਹਾਂਜੀ, ਹੁਤੇ ਦੂਰ ਸੁਧ ਸੁਨ ਕਰ ਆਏ। ਅਸੀਂ ਦੂਰ ਸਾਂ, ਜਦੋਂ ਸਾਨੂੰ ਪਤਾ ਲੱਗਾ ਅਸੀਂ ਮਹਾਰਾਜ ਜੀ ਦੇ ਕੋਲ ਹੁਣ ਆਏ ਆ ਦਰਸ਼ਨ ਕਰਨ ਵਾਸਤੇ। ਹਾਂਜੀ, ਅਬ ਨਿਰਾਸ ਹਮ ਕਿਉਂ ਕਰ ਜਾਏ। ਤੇ ਹੁਣ ਅਸੀਂ ਨਿਰਾਸ਼ ਨਹੀਂ ਹੋਣਾ ਚਾਹੁੰਦੇ ਤੇ ਸਾਨੂੰ ਦਰਸ਼ਨ ਕਰਾਓ, ਅਸੀਂ ਅੰਦਰ ਜਾਣਾ ਚਾਹੁੰਦੇ ਆ। ਹਾਂਜੀ, ਭਨਿਓ ਸਿੱਖ ਅਸ ਹੱਠ ਨਹਿ ਕਰੀਏ। ਤੇ ਸਿੱਖ ਤੇ ਅੱਗੇ ਬੈਰਾਗੀ ਸਨ, ਉਹ ਸਾਰੇ ਕਹਿਣ ਲੱਗੇ ਵੀ ਭਾਈ ਤੁਸੀਂ ਇਹ ਹੁਣ ਜਿੱਦ ਨਾ ਕਰੋ, ਅੰਦਰ ਜਾਣ ਦੀ ਜਿੱਦ ਨਾ ਕਰੋ। ਹਾਂਜੀ, ਦਰਸ਼ਨ ਕਰਨ ਸਮਾਂ ਨਾ ਵਿਚਰੀਏ। ਹੁਣ ਦਰਸ਼ਨਾਂ ਦਾ ਸਮਾਂ ਨਹੀਂ ਰਿਹਾ। ਹਾਂਜੀ, ਤੁਮ ਜੇ ਅਗੇਰੇ ਆਵਤ ਤੂਰਨ। ਜੇ ਤੁਸੀਂ ਪਹਿਲਾਂ ਆਉਂਦੇ ਤੇ ਪਹਿਲਾਂ ਤੁਹਾਨੂੰ ਦਰਸ਼ਨ ਵੀ ਹੋ ਜਾਂਦੇ, ਤੁਸੀਂ ਬਚਨ ਬਲਾਸ ਵੀ ਗੁਰੂ ਜੀ ਨਾਲ ਕਰ ਲੈਂਦੇ। ਹਾਂਜੀ, ਕਰ ਲੇਤੇ ਦਰਸ਼ਨ ਗੁਰ ਪੂਰਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਤੁਸੀਂ ਪਹਿਲਾਂ ਕਰ ਲੈਂਦੇ। ਹੁਣ ਅੰਦਰ ਜਾਣ ਦਾ ਹੁਕਮ ਨਹੀਂ ਹੈਗਾ ਕਿਸੇ ਨੂੰ। ਹਾਂਜੀ, ਅਬ ਬੰਧਨ ਕਰ ਲਿਓ ਇਸ ਥਾਈ। ਹੁਣ ਤੇ ਤੁਸੀਂ ਬਾਹਰੋਂ ਹੀ ਨਮਸਕਾਰ ਕਰੋ, ਬਾਹਰੋਂ ਹੀ ਨਮਸਕਾਰ ਕਰੋ। ਹਾਂਜੀ, ਦੋਖ ਨਿਕੰਦਨ ਹੈ ਸਭ ਜਾਈ। ਮਹਾਰਾਜ ਸਾਰੀਆਂ ਹੀ ਥਾਵਾਂ ਤੇ ਹੈ, ਬਾਹਰੋਂ ਤੰਬੂ ਦੇ ਅੰਦਰ ਨਹੀਂ ਤੁਸੀਂ ਜਾ ਸਕਦੇ, ਬਾਹਰੋਂ ਮੱਥਾ ਟੇਕ ਲੋ। ਹਮਰੋ ਬਚਨ ਮਾਨ ਤੁਮ ਲੀਜੈ। ਸਾਡਾ ਬਚਨ ਮੰਨ ਲਓ, ਸਾਡੀ ਬੇਨਤੀ ਮੰਨ ਲਓ। ਸਿੱਖਾਂ ਬੜੇ ਨਿਮਰਤਾ ਵਿੱਚ ਉਹਨਾਂ ਨੂੰ ਆਖਿਆ ਜੀ। ਹਾਂਜੀ, ਨੀਕੇ ਹਿਰਦੇ ਵਿਚਾਰ ਕਰੀਜੈ। ਆਪਣੇ ਹਿਰਦੇ ਵਿੱਚ ਵਿਚਾਰ ਕਰ ਲਓ, ਸਾਡੀ ਬੇਨਤੀ ਮੰਨ ਲਓ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਡੀ। ਹਾਂਜੀ, ਖਾਨ ਕਹੈ ਹਮ ਮਾਨਹਿ ਨਾਹੀ। ਉਹ ਹੁਣ ਬੜੀ ਦੂਰੋਂ ਆਏ ਸੀ, ਉਹ ਕਹਿੰਦੇ ਅਸੀਂ ਤੇ ਨਹੀਂ ਮੰਨਣੀ ਤੁਹਾਡੀ ਗੱਲ, ਅਸੀਂ ਆਪਣੇ ਪੀਰ ਜੀ ਦੇ ਦਰਸ਼ਨ ਕਰਨੇ ਆ। ਏਤੀ ਬਾਤ ਬਨਾਵਹੁ ਕਾਹੀ। ਤੁਸੀਂ ਇਹੋ ਜੀਆਂ ਗੱਲਾਂ ਬਣਾ ਕੇ ਮਨੋਂ ਕਹਿ ਰਹੇ ਹੋ, ਸਾਨੂੰ ਆਪਣੇ ਪੀਰ ਜੀ ਦੇ ਦਰਸ਼ਨ ਕਰ ਲੈਣ ਦਿਓ। ਹਾਂਜੀ, ਹੋ ਢਿਗ ਦਰਸਹੁ ਜਿਉ ਤੁਮ ਨੀਕੇ। ਤਿਉ ਹਮ ਜਾਵਹਿ ਪੀਰ ਨਜੀਕੇ। ਜਿਵੇਂ ਤੁਸੀਂ ਨੇੜੇ ਜਾ ਦਰਸ਼ਨ ਕੀਤੇ, ਅਸੀਂ ਵੀ ਆਪਣੇ ਪੀਰ ਜੀ ਦੇ ਦਰਸ਼ਨ ਕਰਨੇ ਆ। ਅਸੀਂ ਉਹਨਾਂ ਦੇ ਸਰੀਰ ਦੇ ਨੇੜੇ ਜਾਣਾ। ਹੋ ਸਕਦਾ ਹੁਣ ਉੱਠ ਕੇ ਸਾਡੇ ਨਾਲ ਗੱਲਬਾਤ ਕਰਨ। ਹਾਂਜੀ, ਸਾਂਝੇ ਹਿੰਦੂ ਤੁਰਕਨ ਕੇਰੇ। ਮਹਾਰਾਜ ਤੇ ਸਾਂਝੇ ਹੈ, ਉਹ ਤਾਂ ਸਾਡੇ ਵੀ ਸਾਂਝ, ਜਿੰਨੇ ਉਹਨੇ ਤੁਹਾਡੇ, ਜਿੰਨੇ ਤੁਹਾਡੇ ਉਹਨੇ ਸਾਡੇ ਵੀ ਆ ਮਹਾਰਾਜ। ਹਾਂਜੀ, ਸਿੱਖ ਸਮਾਨ ਮੁਰੀਦ ਕਨੇਰੇ। ਫਰਕ ਇਹਨਾਂ, ਤੁਸੀਂ ਜਿਵੇਂ ਸਿੱਖ ਹੋ ਨਾ, ਉਵੇਂ ਅਸੀਂ ਗੁਰੂ ਦੇ ਮੁਰੀਦ ਆ। ਤੇ ਗੁਰੂ ਦੇ ਮੁਰੀਦ ਵੀ ਥੋੜੇ ਨਹੀਂ ਹੈਗੇ, ਪੀਰ ਦੇ ਮੁਰੀਦ ਵੀ ਬੜੀ ਵੱਡੀ ਗਿਣਤੀ ਵਿੱਚ ਹੈ। ਹਾਂਜੀ, ਅਹੈ ਪਖਿ ਜੇ ਹਿੰਦੂ ਨ ਤੁਰਕਾ। ਤੇ ਤੁਸੀਂ ਪੱਖਪਾਤ ਕਰਦੇ ਹੋ ਸਾਡੇ ਨਾਲ। ਹਾਂਜੀ, ਦੋਨੋਂ ਕੋ ਖੋਵਨ ਮਤ ਗੁਰ ਕਾ। ਮਹਾਰਾਜ ਗਰੀਬ ਨਵਾਜ ਤੇ ਦੋਵਾਂ ਦਾ ਪੱਖਪਾਤ ਦੂਰ ਕਰਦੇ ਰਹੇ ਆ। ਤੇ ਪਠਾਨ ਕਹਿੰਦੇ ਤੁਸੀਂ ਇਸ ਸਮੇਂ ਸਾਡੇ ਨਾਲ ਪੱਖਪਾਤ ਕਰ ਰਹੇ। ਅਸਲ 'ਚ ਪੱਖਪਾਤ ਨਹੀਂ ਸੀ ਕਰ ਰਹੇ, ਮਹਾਰਾਜ ਦਾ ਹੁਕਮ ਸੀਗਾ ਸੱਚੇ ਪਾਤਸ਼ਾਹ ਦਾ। ਹਾਂਜੀ, ਇਕ ਤੋ ਖਾਨਨ ਕੋ ਬਲ ਭਾਰੀ। ਇੱਕ ਤੇ ਸੰਗਤ ਜੀ ਉਹ ਹੁਣ ਬਲ ਵਾਲੇ ਬੜੇ ਸਨ ਪਠਾਨ, ਹਥਿਆਰ ਪੂਰੇ ਹਥਿਆਰਬੰਦ ਸਨ। ਹਾਂਜੀ, ਦੂਜੇ ਸਾਚੀ ਗਿਰਾ ਉਚਾਰੀ। ਦੂਜਾ ਉਹ ਕਹਿ ਸੱਚ ਰਹੇ ਸਨ, ਉਹ ਕਹਿੰਦੇ ਸਨ ਸਾਡਾ ਵੀ ਅਧਿਕਾਰ ਹੈ ਸਤਿਗੁਰੂ ਜੀ ਉੱਤੇ। ਹਾਂਜੀ, ਹਟਤ ਨਹੀਂ ਬਹੁ ਰਹੇ ਹਟਾਈ। ਤੇ ਬੜਾ ਉਹਨਾਂ ਨੂੰ ਹਟਾਇਆ ਗਿਆ ਪਰ ਉਹ ਹਟੇ ਨਹੀਂ ਜੀ। ਹਾਂਜੀ, ਸ਼ਸਤਰ ਗਹੇ ਤਬ ਹਿੰਦ ਨ ਜਾਈ। ਬਸ ਫਿਰ ਉਹਨਾਂ ਸ਼ਸਤਰ ਫੜ ਲਏ ਜੀ ਆਪਣੇ ਹੱਥ 'ਚ, ਕੱਢ ਲਏ ਸ਼ਸਤਰ ਬਾਹਰ। ਸਾਨੂੰ ਦਰਸ਼ਨ ਕਰਨ ਦਿਓ, ਨਹੀਂ ਤੇ ਮਾਰ ਧਾੜ ਹੋ ਜਾਏਗੀ। ਹਾਂਜੀ,
ਪਰਿਓ ਸਬਨ ਮਹਿ ਰੋਰਾ ਭਾਰੀ। ਤੇ ਸਾਧ ਸੰਗਤ ਉਸ ਸਮੇਂ ਸਾਰਿਆਂ ਦੇ ਵਿੱਚ ਰੌਲਾ ਪੈ ਗਿਆ। ਕੋਏ ਨਾ ਕਿਸ ਕੀ ਸੁਨੇ ਪੁਕਾਰੀ। ਇੱਕ ਦੂਜੇ ਨੂੰ ਕੋਈ ਕਵੇ ਦਰਸ਼ਨ ਕਰਨੇ ਆ, ਦੂਜੇ ਕਹਿਣ ਨਹੀਂ ਜਾਣਾ ਅੰਦਰ, ਇੱਕ ਕਹਿਣ ਜਾਣਾ, ਇੱਕ ਕਹਿਣ ਨਹੀਂ ਜਾਣਾ। ਇਸ ਤਰ੍ਹਾਂ ਰੌਲਾ ਪੈ ਗਿਆ, ਕੋਈ ਕਿਸੇ ਦੀ ਗੱਲ ਨਹੀਂ ਸੁਣ ਰਿਹਾ। ਸ਼੍ਰੀ ਗੁਰ ਤਨ ਕੇ ਪਾਸ ਜੇ ਦਾਸਾ। ਸਰੋਨ ਕੁਲਾਹਲ ਸੁਨ ਚਹੁ ਪਾਸਾ। ਤੇ ਸਾਧ ਸੰਗਤ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਲਾਗੇ ਹੀ, ਤੰਬੂ ਦੇ ਬਾਰ-ਬਾਰ ਪਾਸ ਲਾਗੇ, ਜਿਹੜੇ ਜਿਹੜੇ ਗੁਰੂ ਦੇ ਪਿਆਰੇ ਬਾਬਾ ਬੁੱਢਾ ਜੀ ਸਾਹਿਬ ਜੈਸੇ ਸਿੱਖ ਸਨ ਨਾ, ਉਹਨਾਂ ਰੌਲਾ ਸੁਣਿਆ ਜੀ। ਹਾਂਜੀ, ਨਿਕਸੇ ਤੁਰੰਤ ਬਿਲੋਕਨ ਤਾਈ। ਉਹ ਬਾਹਰ ਨੂੰ ਨਿਕਲੇ, ਵੇਖੀਏ ਅੱਗੇ ਜਾ ਕੇ ਕੀ ਰੌਲਾ ਪੈ ਰਿਹਾ। ਅਸਲ 'ਚ ਉਹ ਤੰਬੂ ਦੇ ਥੋੜਾ ਅੰਦਰ ਬਾਹਰ ਬੈਠੇ ਸਨ ਜੀ। ਹਾਂਜੀ, ਰਹੀ ਇਕਾਂਕੀ ਦੇਹ ਗੁਸਾਈ। ਤੇ ਮਹਾਰਾਜ ਗਰੀਬ ਨਵਾਜ ਜੀ ਦੀ ਪਹਿਲਾਂ ਉਹਨਾਂ ਨੂੰ ਸਰੀਰ ਵੇਖਦਾ ਸੀ ਸਿੱਖਾਂ ਨੂੰ ਜਿਹੜੇ ਲਾਗੇ ਸਨ, ਪਰ ਹੁਣ ਉਹ ਜਦੋਂ ਰੌਲਾ ਵੇਖਣ ਗਏ ਤੇ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਇਕੱਲਾ ਹੀ ਰਹਿ ਗਿਆ। ਹਾਂਜੀ, ਅੰਤਰ ਧਿਆਨ ਭਈ ਤਿਹ ਕਾਲਾ। ਹਾਂਜੀ, ਸਰਬ ਚੁਕਾਵਨ ਝਗਰ ਬਿਸਾਲਾ। ਬਸ ਫਿਰ ਕੀ ਸੀ, ਮਹਾਰਾਜ ਗਰੀਬ ਨਵਾਜ ਸਰੀਰ ਕਰਕੇ ਲੰਮੇ ਪਏ ਸਨ। ਪਰ ਪਿਆਰਿਓ, ਜਦੋਂ ਸਿੱਖ ਬਾਹਰ ਗਏ, ਇਹ ਵੀ ਮਹਾਰਾਜ ਦੀ ਖੇਡ ਹੀ ਸੀ ਕੋਈ। ਉਹ ਜਦੋਂ ਬਾਹਰ ਨੂੰ ਗਏ ਆ, ਮਹਾਰਾਜ ਜੀ ਦਾ ਸਰੀਰ ਇਕੱਲਾ ਹੀ ਰਹਿ ਗਿਆ ਤੇ ਸਰੀਰ ਅਲੋਪ ਹੀ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਉਸ ਦਿਨ ਤੋਂ ਬਾਅਦ ਪਿਆਰੀ ਸੰਗਤ ਜੀ, ਮਹਾਰਾਜ ਜੀ ਦਾ ਸਰੀਰ ਅਲੋਪ ਹੈ, ਅਲੋਪ ਹੋ ਗਿਆ ਸਤਿਗੁਰਾਂ ਦਾ ਸਰੀਰ। ਵਹਿਰ ਦਹੂ ਮੈਂ ਬਾਦ ਮਹਾਨਾ। ਤੇ ਬਾਹਰ ਸਾਧ ਸੰਗਤ ਜੀ ਉਹ ਰੌਲਾ ਪਿਆ, ਹਿੰਦੂ ਮੁਸਲਮਾਨ, ਸਿੱਖ ਮੁਸਲਮਾਨ ਝਗੜਾ ਚੱਲ ਰਿਹਾ। ਹਾਂਜੀ, ਚਾੜ ਬਿਵਾਨ ਪਰ ਕਿਰਪਾ ਨਿਧਾਨਾ। ਉਧਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਬਿਬਾਨ ਤੇ ਚੜ ਕੇ ਗਮਨ ਕੀਨ ਊਰਦ ਕੀ ਓਰਾ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਕਾਸ਼ ਵੱਲ ਨੂੰ ਤੁਰ ਪਏ ਜੀ। ਇਹ ਸੂਖਸ਼ਮ ਰੂਪ ਹੈ ਸਾਧ ਸੰਗਤ ਜੀ। ਹਾਂਜੀ, ਜੈ ਜੈ ਸ਼ਬਦ ਸੁਰਨ ਮਹਿ ਸ਼ੋਰਾ। ਦੇਵਤਿਆਂ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਭਾਈ ਵੀਰ ਸਿੰਘ ਜੀ ਦੇਵਤਿਆਂ ਬਾਬਤ ਲਿਖਦੇ ਆ, ਕਹਿੰਦੇ ਇਹਨਾਂ ਦਾ ਸਰੀਰ ਕੀ ਹੁੰਦਾ ਹੈ? ਪ੍ਰਕਾਸ਼ ਹੀ ਹੁੰਦਾ ਹੈ, ਪ੍ਰਕਾਸ਼ ਰੂਪ ਸਰੀਰ ਹੁੰਦਾ ਹੈ। ਹਾਂਜੀ, ਸੁਰ ਤਰ ਪੁਸ਼ਪਾਂਜੁਲ ਬਰਖਾਵੈ। ਕਹਿੰਦੇ ਉਹ ਫਿਰ ਮਹਾਰਾਜ ਗਰੀਬ ਨਵਾਜ ਜੀ ਦੇ ਉੱਤੇ ਨਾ ਕਲਪ ਬ੍ਰਿਛ ਦੇ ਫੁੱਲਾਂ ਦੀ ਵਰਖਾ ਕਰਦੇ ਜੀ। ਜਿਹੜਾ ਕਲਪ ਬ੍ਰਿਖ ਬਹੁਤ ਕੀਮਤੀ ਨਾ ਜੀ, ਉਹਦੇ ਫੁੱਲਾਂ ਦੀ ਵਰਖਾ ਸਤਿਗੁਰਾਂ ਉੱਤੇ ਕਰ ਰਹੇ ਜੀ। ਹਾਂਜੀ, ਚਾਰ ਚਮਰ ਚਹੁ ਦਿਸ਼ਨਨ ਟੋਰਾਵੈ। ਤੇ ਸੁੰਦਰ ਚੌਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਜੀ ਦੇ ਚਾਰੇ ਪਾਸੇ ਚਲਾ ਰਹੇ ਜੀ। ਆਪਾਂ ਤਾਂ ਕੇਵਲ ਇੱਕ ਪਾਸੇ ਚਲਾਉਂਦੇ ਨਾ, ਚਾਰੇ ਪਾਸੇ ਚੌਰ ਸਭ ਚਲਾਇਆ ਜਾ ਰਿਹਾ। ਹਾਂਜੀ, ਬ੍ਰਹਮਾਦਿਕ ਚੰਦਨ ਚਰ ਚਾਹੀ। ਸਾਧ ਸੰਗਤ ਜੀ, ਬ੍ਰਹਮਾ ਜੀ ਜੈਸੇ ਦੇਵਤੇ ਮਹਾਰਾਜ ਜੀ ਦਾ ਸਤਿਕਾਰ ਕਰ ਰਹੇ, ਚੰਦਨ ਛੜਕਾ ਰਹੇ ਹੈ। ਹਾਂਜੀ, ਕਰਹਿ ਆਰਤੀ ਸੰਖ ਬਜਾਹੀ। ਕੇਸਰ ਛੜਕਾਉਂਦੇ ਆ, ਆਰਤੀਆਂ ਕਰਦੇ, ਸ਼ੰਖ ਵਜਾਉਂਦੇ, ਮਹਾਰਾਜ ਜੀ ਦਾ ਗੁਣ ਗਾਨ ਕਰਦੇ ਹਨ। ਆਪਸਰ ਕਰਹੀ ਨਿਰਤ ਅਗਾਰੀ। ਤੇ ਜਿਵੇਂ ਬਰਾਤ ਜਾਂਦੀ ਹੈ ਨਾ ਕਿਸੇ ਦੀ, ਅੱਗੇ ਫਿਰ ਸਾਧ ਸੰਗਤ ਨੱਚਣ ਵਾਲੇ ਹੁੰਦੇ ਆ। ਮਹਾਰਾਜ ਗਰੀਬ ਨਵਾਜ ਸੱਚਖੰਡ ਜਾ ਰਹੇ, ਖੁਸ਼ੀ ਵਿੱਚ ਅਪਸਰਾਵਾਂ ਵੀ ਅੱਗੇ ਨ੍ਰਿਤ ਕਰ ਰਹੀਆਂ ਹਨ। ਹਾਂਜੀ, ਗੰਧਰਵ ਗਾਵਹਿ ਧੁਨ ਸੁਖਕਾਰੀ। ਗੰਧਰਵ ਆਪਣੀ ਸੁਰੀਲੀਆਂ ਆਵਾਜ਼ਾਂ ਵਿੱਚ ਮਹਾਰਾਜ ਗਰੀਬ ਨਵਾਜ ਜੀ ਦਾ ਜਸ ਕਰ ਰਹੇ। ਮਹਾਰਾਜ ਤੁਹਾਡੀ ਜੈ ਹੋਵੇ, ਜੈ ਹੋਵੇ। ਆਪ ਪਰਮੇਸ਼ਰ ਸੱਚੇ ਪਾਤਸ਼ਾਹ ਹੁਣ ਸੱਚਖੰਡ ਵਿੱਚ ਬਿਰਾਜ ਰਹੇ ਆ। ਹਾਂਜੀ, ਚਲੇ ਆਕਾਸ਼ ਪੰਥ ਅਸ ਜਾਵਹਿ। ਇਸ ਤਰੀਕੇ ਨਾਲ ਮਹਾਰਾਜ ਗਰੀਬ ਨਵਾਜ ਸੱਚਖੰਡ ਨੂੰ ਜਾ ਰਹੇ ਹਨ। ਅਤ ਉਤਸਵ ਕਰ ਆਨੰਦ ਬਢਾਵਹਿ। ਦੇਵਤਿਆਂ ਵਿੱਚ ਉਹ ਰੂਹਾਂ ਜਿਨ੍ਹਾਂ ਦੇ ਸਰੀਰ ਪ੍ਰਕਾਸ਼ ਰੂਪ ਹਨ, ਸੰਗਤ ਜੀ ਉਹਨਾਂ ਵਿੱਚ ਬੜਾ ਉਤਸ਼ਾਹ ਹੈ, ਬੜਾ ਚਾਅ ਹੈ। ਮਹਾਰਾਜ ਗਰੀਬ ਨਵਾਜ ਸਾਡੀਆਂ ਪੁਰੀਆਂ ਦੇ ਲਾਗੋਂ ਲੰਘ ਕੇ ਸੱਚਖੰਡ ਨੂੰ ਜਾ ਰਹੇ ਹਨ। ਦੋਹਰਾ ਹੁਤੀ ਸ਼ਕਤ ਜਿਹ ਲਗ ਜਿਸੇ ਸ਼੍ਰੀ ਨਾਨਕ ਪਹੁੰਚਾਏ। ਹੁਣ ਸੱਚਖੰਡ ਤੱਕ ਸਾਰਿਆਂ ਦੀ ਪਹੁੰਚ ਨਹੀਂ, ਜਿੱਥੋਂ ਤੱਕ ਸ਼ਕਤੀ ਸੀ, ਜਿੱਥੋਂ ਤੱਕ ਪਹੁੰਚ ਸੀ, ਉੱਥੋਂ ਤੱਕ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਆਇਆ ਜੀ।
ਜਿੱਥੋਂ ਤੱਕ ਜਿਹਦੀ ਪਹੁੰਚ ਸੀਗੀ ਜੀ। ਸ਼ਿਵ ਜੀ ਆਪਣੀ ਪੁਰੀ ਤੱਕ ਨਾਲ ਗਏ, ਬ੍ਰਹਮਾ ਆਪਣੀ ਪੁਰੀ ਤੱਕ ਨਾਲ ਗਏ, ਵਿਸ਼ਨੂੰ ਆਪਣੀ ਪੁਰੀ ਤੱਕ ਨਾਲ ਗਏ। ਸੱਚਖੰਡ ਵਿੱਚ ਤਾਂ ਮਹਾਰਾਜ ਦੀ ਪਹੁੰਚ ਹੈ ਨਾ ਫਿਰ। ਹਾਂਜੀ। ਹਟੇ ਸੰਗ ਤੇ ਦੇਵ ਸਭ ਚਰਨਨ ਸੀਸ ਨਿਵਾਏ। ਉੱਥੇ ਉੱਥੇ ਦੇਵ ਤੇ ਮਹਾਰਾਜ ਦੇ ਚਰਨਾਂ 'ਚੋਂ ਮੱਥਾ ਟੇਕ ਕੇ ਵਾਪਸ ਮੁੜੀ ਜਾਂਦੇ ਜੀ, ਤੇ ਮਹਾਰਾਜ ਅੱਗੇ ਜਾ ਰਹੇ ਸੱਚੇ ਪਾਤਸ਼ਾਹ। ਹਾਂਜੀ। ਸੱਚਖੰਡ ਸ੍ਰੀ ਗੁਰ ਗਏ ਕੀਨ ਤਹਾਂ ਬਿਸਰਾਮ। ਤੇ ਸੱਚਖੰਡ ਸ੍ਰੀ ਗੁਰ ਗਏ, ਮਹਾਰਾਜ ਫਿਰ ਸੱਚਖੰਡ ਵਿੱਚ ਚਲੇ ਗਏ। ਕੀਨ ਤਹਾਂ ਬਿਸਰਾਮ, ਕੀਨ ਤਹਾਂ ਬਿਸਰਾਮ, ਕੀਨ ਤਹਾਂ ਬਿਸਰਾਮ, ਕੀਨ ਤਹਾਂ ਬਿਸਰਾਮ। ਮਹਾਰਾਜ ਗਰੀਬ ਨਵਾਜ ਫਿਰ ਸੱਚਖੰਡ ਵਿੱਚ ਜਾ ਕੇ ਬਿਰਾਜ ਗਏ। ਫਿਰ ਉੱਥੇ ਆਰਾਮ ਕੀਤਾ ਮਹਾਰਾਜ ਨੇ। ਹਾਂਜੀ। ਪੂਤਲ ਮਹਿ ਜੈਸੇ ਭਈ ਸੁਨਹੁ ਕਥਾ ਸੁਖ ਧਾਮ। ਤੇ ਇਧਰ ਧਰਤੀ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਦੀ ਖੇਡ ਬਣੀ, ਕਵੀ ਜੀ ਕਹਿੰਦੇ ਉਹ ਸੁਣ ਲਓ। ਹਾਂਜੀ। ਚੌਪਈ ਕਰੇ ਜੋਰ ਆਸ ਖਾਨ ਅਲਾਵੈ। ਪਠਾਨ ਜ਼ੋਰ ਲਾ ਰਹੇ ਵੀ ਅਸੀਂ ਦਰਸ਼ਨ ਕਰਨੇ ਮਹਾਰਾਜ ਦੇ। ਹਾਂਜੀ। ਹੈ ਹਮ ਪੀਰ ਸੋ ਮਜਲ ਪਹੁੰਚਾਵੇ। ਉਹ ਸਾਡੇ ਪੀਰ ਨੇ, ਅਸੀਂ ਉਹਨਾਂ ਦੇ ਪਾਸ ਜਾਵਾਂਗੇ। ਹਾਂਜੀ। ਦੇਤ ਮੁਰਾਦ ਮੁਰੀਦਨ ਕੇਰੀ। ਤੇ ਉਹ ਆਪਣੇ ਮੁਰੀਦਾਂ ਨੂੰ ਮੁਰਾਦਾਂ ਪੂਰੀਆਂ ਕਰਦੇ, ਮੁਰਾਦਾਂ ਦਿੰਦੇ ਆ ਪੂਰੀਆਂ ਕਰ ਕਰ। ਹਾਂਜੀ। ਬਰਜੇ ਰਹੇ ਨਾ ਜਾਵਹਿ ਨੇਰੀ। ਬਸ ਉਹ ਰੋਕਿਆਂ ਰੁਕਣ ਨਾ ਜੀ, ਉਹ ਛੇਤੀ ਛੇਤੀ ਸਰੀਰ ਦੇ ਕੋਲ ਜਾਣ ਜੀ। ਹਾਂਜੀ। ਇਮ ਹੱਠ ਕਰ ਕੈ ਭੇ ਤਹਿ ਠਾਡੇ। ਹਾਂਜੀ। ਭਰੇ ਨਾਰਾਰ ਕਰਨ ਤੇ ਗਾਡੇ। ਤੇ ਸਾਧ ਸੰਗਤ ਜੀ ਉਹ ਹੁਣ ਝਗੜਾ ਕਰ ਰਹੇ, ਪੱਕੀ ਜਿੱਦ ਤੇ ਆ ਗਏ ਵੀ ਅਸੀਂ ਅੰਦਰ ਜਾਣਾ ਹੀ ਜਾਣਾ ਹੈ। ਸਨ ਬਾਧਿਆ ਹਿੰਦੂ ਹੋਏ ਆਏ। ਇਹ ਤਰ੍ਹਾਂ ਹੋਰ ਵੀ ਲੋਕ ਫਿਰ ਅੱਗੋਂ ਸ਼ਸਤਰ ਚੁੱਕ ਲਿਆਏ ਜੀ, ਉੱਥੇ ਤੇ ਜੰਗ ਲੱਗ ਗਈ ਜੀ। ਹਾਂਜੀ। ਬਲ ਕਰ ਤਿਨ ਕੋ ਚਹਿਤ ਹਟਾਏ। ਉਹ ਵੀ ਅੱਗੋਂ ਸ਼ਸਤਰ ਚਲਾ ਕੇ ਉਹਨਾਂ ਨਾਲ ਜੰਗ ਕਰਕੇ ਰੋਕਣਾ ਚਾਹੁੰਦੇ ਵੀ ਗੁਰੂ ਜੀ ਦਾ ਹੁਕਮ ਅੰਦਰ ਨਹੀਂ ਜਾਣ ਦੇਣਾ। ਹਾਂਜੀ। ਸਿਆਣੇ ਸਿੱਖ ਹੁਤੇ ਤਹਿ ਜੇਈ। ਉਹ ਸਿਆਣੇ ਸਿਆਣੇ ਜਿਹੜੇ ਸਿੱਖ ਉੱਥੇ ਮੌਜੂਦ ਸਨ ਨਾ, ਕਰਿਓ ਵਿਚਾਰ ਮਿਲਤ ਭੇ ਤੇਈ। ਸਾਧ ਸੰਗਤ ਉਹਨਾਂ ਨੇ ਵਿਚਾਰ ਕੀਤੀ ਫਿਰ ਬਾਬਾ ਬੁੱਢਾ ਜੈਸੇ ਸਿੱਖਾਂ ਨੇ। ਤੁਰਕਨ ਕੋ ਅਬ ਹੈ ਬਲ ਭਾਰੇ। ਇਹਨਾਂ ਤੁਰਕ ਸਾਰੇ ਸ਼ਸਤਰਾਂ ਨਾਲ ਲੈਸ ਹੋਏ ਆਏ ਆ ਤੇ ਇਹਨਾਂ ਦਾ ਬਲ ਬੜਾ ਹੈ। ਹਾਂਜੀ। ਬਹੁਰ ਰੀਤ ਸੋ ਬਚਨ ਉਚਾਰੇ। ਤੇ ਉਹਨਾਂ ਫਿਰ ਅੱਗੋਂ ਇਸ ਤਰ੍ਹਾਂ ਆਖਿਆ ਸਾਰੇ ਤੁਰਕਾਂ ਨੂੰ। ਹਾਂਜੀ। ਤਾਂ ਤੇ ਔਰ ਨਾ ਕਰੀਏ ਕਾਜਾ ਸ਼੍ਰੀ ਸਤਗੁਰ ਕੋ ਲਿਹੋ ਆਵਾਜ਼ਾ। ਭਾਈ ਆਪਾਂ ਇੱਕ ਕੰਮ ਕਰੀਏ, ਗੁਰੂ ਸਾਹਿਬ ਨੂੰ ਆਵਾਜ਼ ਮਾਰੀਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ। ਹਾਂਜੀ। ਤਿੰਨ ਮਰਜੀ ਕੇ ਹੋਵੇ ਅਨੁਸਾਰੀ। ਉਹਨਾਂ ਨੂੰ ਪੁੱਛਦੇ ਮਹਾਰਾਜ ਅੰਦਰ ਆ ਜਾਈਏ, ਤੇ ਜੇ ਮਹਾਰਾਜ ਦੀ ਮਰਜ਼ੀ ਹੋਏਗੀ ਤੇ ਆਪਾਂ ਚਲੇ ਜਾਵਾਂਗੇ। ਹਾਂਜੀ। ਕਰੀਏ ਕ੍ਰਿਤ ਮਿਟਾਵਹੁ ਰਾਰੀ। ਤੇ ਰੌਲਾ ਕਾਹਦਾ ਰੌਲਾ ਪਾਉਣਾ ਆਪਾਂ। ਹਾਂਜੀ। ਖਾਨਨ ਸੰਗ ਭਈ ਅਸ ਬਾਨੀ। ਹਾਂਜੀ। ਭਲੀ ਭਾਂਤ ਨੀਕੇ ਤਿਨ ਮਾਨੀ। ਉਹਨਾਂ ਕਿਹਾ ਵੀ ਠੀਕ ਹੈ, ਆਪਾਂ ਮੰਨ ਲੈਨੇ ਤੁਹਾਡੀ ਗੱਲ। ਹਾਂਜੀ। ਦਵੈ ਸਿੱਖ ਹੁਤੇ ਸਮੀਪੀ ਜੇਈ। ਜਿਹੜੇ ਸਿੱਖ ਸਮੀਪੀ ਸਨ ਬਾਬਾ ਬੁੱਢਾ ਸਾਹਿਬ ਜੈਸੇ ਦੋ ਸਿੱਖ ਅੰਦਰ ਗਏ। ਅੰਤਰ ਗਏ ਕਨਾਤ ਕੇ ਤੇਈ। ਉਹ ਅੰਦਰ ਕਨਾਤ ਦੇ ਗਏ ਵੀ ਉੱਥੋਂ ਮਹਾਰਾਜ ਦਾ ਹੁਕਮ ਲੈਨੇ, ਉੱਚੀ ਆਵਾਜ਼ਾਂ ਮਾਰਦੇ ਮਹਾਰਾਜ ਨੂੰ। ਹਾਂਜੀ। ਬਸਤਰ ਸੰਯੁਕਤ ਸੇਜ ਤਹਿ ਦੇਖੀ। ਤੇ ਉਹਨਾਂ ਕੀ ਵੇਖਿਆ, ਸੇਜਾ ਤੇ ਸਾਧ ਸੰਗਤ ਜੀ ਮਹਾਰਾਜ ਦਾ ਸਰੀਰ ਹੈ ਹੀ ਨਹੀਂ ਸੀਗਾ ਜੀ। ਹਾਂਜੀ। ਦੇਹ ਨਾ ਭਏ ਅਚਰਜ ਬਿਸ਼ੇਖੀ। ਬਸ ਉੱਥੇ ਚਾਦਰ ਹੀ ਸੀਗੀ ਜੀ, ਚਾਦਰ ਹੀ ਸੀ, ਹੋਰ ਨਹੀਂ ਸੀ ਕੁਛ ਵੀ। ਹਾਂਜੀ। ਅੰਬਰ ਕੋ ਉਘਾਰ ਭਲ ਜੋਵਾ। ਉਹਨਾਂ ਅੰਬਰ ਕੋ ਉਘਾਰ ਭਲ ਜੋਵਾ, ਚਾਦਰ ਚੁੱਕ ਕੇ ਵੇਖੀ ਚੰਗੀ ਤਰ੍ਹਾਂ। ਹਾਂਜੀ। ਨਿਕਸੇ ਕਹਿਤ ਅਚੰਬਾ ਹੁਆ। ਕੁਝ ਵੀ ਨਹੀਂ ਸੀ, ਸਰੀਰ ਨਹੀਂ ਸੀ, ਕਈ ਦੱਸਦੇ ਫੁੱਲ ਹੀ ਸਨ ਉੱਥੇ। ਤੇ ਬੜੇ ਹੈਰਾਨ ਹੋਏ ਜੀ ਉਹ।
ਹਾਂਜੀ ਕਿਉ ਤੁਮ ਕੀਨੋ ਇਤਨਾ ਝਗੜਾ। ਉਹ ਆ ਕੇ ਬਾਹਰ ਕਹਿੰਦੇ ਕਿਉਂ ਇੰਨੀ ਲੜਾਈ ਕੀਤੀ, ਕਿਉਂ ਇੰਨਾ ਝਗੜਾ ਕੀਤਾ, ਕਿਉਂ ਕਰਦੇ ਹੋ? ਸਤਿਗੁਰ ਆਪ ਨਬੇਰਿਓ ਸਗਰਾ। ਲਓ ਫਿਰ ਮਹਾਰਾਜ ਨੇ ਰੌਲਾ ਮੁਕਾ ਹੀ ਦਿੱਤਾ ਸਾਰਾ। ਹਾਂਜੀ ਅੰਤਰ ਧਿਆਨ ਪੀ ਰਹੀ ਨਾ ਦੇਹੀ। ਮਹਾਰਾਜ ਦੀ ਦੇਹੀ ਵੀ ਅੰਤਰ ਧਿਆਨ ਹੋ ਗਈ, ਸਰੀਰ ਵੀ ਮੇਰੇ ਸਤਿਗੁਰੂ ਦਾ ਅਲੋਪ ਹੋ ਗਿਆ। ਕੁਸ਼ਾ ਸੇਜ ਪਰ ਬਸਤਰ ਭਰੇਹੀ। ਬਸ ਹੁਣ ਉੱਥੇ ਚਾਦਰ ਹੀ ਰਹਿ ਗਈ ਹੈ, ਅੱਗੋਂ ਚਾਦਰ ਹੀ ਰਹਿ ਗਈ ਹੈ। ਤੇ ਹੁਣ ਅੱਗੋਂ ਜੋ ਹੋਏਗਾ ਉਹ ਸਾਧ ਸੰਗਤ ਆਪਾਂ ਅਗਲੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਇਹ ਮਹਾਰਾਜ ਨੇ ਝਗੜਾ ਮੁਕਾਇਆ। ਵੇਖ ਲਓ ਸਾਰੀ ਉਮਰ ਮਹਾਰਾਜ ਇੱਕ ਓੰਕਾਰ ਦਾ ਉਪਦੇਸ਼ ਦਿੰਦੇ ਰਹੇ ਆ, ਪਰ ਝਗੜਾਲੂ ਲੋਕ ਕਿੱਥੋਂ ਮੰਨਦੇ ਆ। ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ ਨੂੰ ਅਗਨ ਭੇਟਾ ਦੀਆਂ ਤਿਆਰੀਆਂ ਹੋ ਰਹੀਆਂ। ਤੁਸੀਂ ਸੁਣਿਆ ਸੰਦਲ ਦੀਆਂ, ਚੰਦਨ ਦੀਆਂ ਲੱਕੜਾਂ ਲੈ ਕੇ ਆਉਂਦੀਆਂ ਨੇ, ਪਰ ਮਹਾਰਾਜ ਨੇ ਇਹ ਮੌਕਾ ਹੀ ਨਹੀਂ ਬਖਸ਼ਿਸ਼ ਕੀਤਾ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਕੱਲ੍ਹ ਨੂੰ ਸਰਵਣ ਕਰਾਂਗੇ। ਪਿਆਰ ਨਾਲ ਜਪੋ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।